नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूं। पंजाब कांग्रेस के बहुत सीनियर लीडर सुखपाल खैरा का अरेस्ट हुआ और अब 2 दिन के लिए पुलिस हिरासत में उनको भेज दिया गया है। इसके बाद ही जो है पंजाब की सियासत एक बार फिर से गर्मा गई है। कांग्रेस और आम आदमी पार्टी के दरमियान अब बयानबाजी हो रही है और ऐसा लगने लगा है कि शायद जो बड़ा नेशनल अलायंस है, इंडिया अलायंस, उस पर फ़र्क पड़ जाए। क्या वाकई में ऐसा है और ये केस क्या है जिसके तहत खैरा साहब अरेस्ट हो गए हैं? इसके बारे में डिटेल में बात करने के लिए एक बार फिर से मेरे साथ जुड़े हैं मेरे सहयोगी रितेश लखी साहब। रितेश जी, आपका बहुत बहुत स्वागत है। शुक्रिया मनी जी। ये कहा जा रहा है कि ये 2015 का केस है जिसमें ये अरेस्ट हो गए हैं। एनडीपीएस का एक्ट या केस था ये? देखो जी, केस भी पुराना है ਤੇ ਪੁਰਾਣੇ ਕੇਸ ਤੋਂ ਜ਼ਿਆਦਾ ਜਿਹੜਾ ਚਿੰਤਾ ਦੀ ਗੱਲ ਹੈ ਕਿ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਵੈਟ ਕਰ ਚੁੱਕਾ ਹੈ ਤੇ ਇਸ ਕੇਸ ਦੇ ਵਿੱਚ ਸੁਖਪਾਲ ਖੈਰਾ ਨੂੰ ਉਹਨਾਂ ਦੇ ਕਾਨੂੰਨੀ ਪੱਖ ਨੂੰ, ਉਹਨਾਂ ਦੇ ਬਚਾਅ ਪੱਖ ਨੂੰ ਹਮੇਸ਼ਾ ਤੋਂ ਹੀ ਜਿੱਤ ਮਿਲੀ ਹੈ, ਵਿਚ ਮੀਨਸ ਕਿ ਦੁਬਾਰਾ ਇਸ ਕੇਸ ਨੂੰ ਉਭਾਰਿਆ ਗਿਆ। ਕਿਉਂ ਉਭਾਰਿਆ ਗਿਆ ਹੈ ਹੁਣ ਇਹ ਤਾਂ ਭਗਵੰਤ ਮਾਨ ਦੱਸ ਸਕਦੇ ਨੇ, ਕਿਉਂਕਿ ਮੈਂ ਇਸ ਵਾਸਤੇ ਕਹਿ ਰਿਹਾ ਕਿਉਂਕਿ आउटराइटली दिस इज अ केस ऑफ पॉलिटिकल वेंडेटा, एक बदलाखोरी ਦਾ पुलिस हालांकि बोल रहे हैं कि कुछ नया एविडेंस मिला है। ਚੰਗੀ ਗੱਲ ਹੈ ਜੇ ਮਿਲਿਆ ਹੈ। 8 ਸਾਲਾਂ ਚ ਹੋਰ ਨੂੰ ਨਹੀਂ ਮਿਲਿਆ ਤੇ ਪੰਜਾਬ ਪੁਲਿਸ ਨੂੰ ਮਿਲ ਗਿਆ, ਇਹ ਬੜੀ ਮੁਬਾਰਕ ਦੀ ਗੱਲ ਹੈ ਤੇ ਅਸੀਂ ਦੇਖਾਂਗੇ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਬੈਠੀ ਹੈ, ਕਹਿੰਦੇ ਉਹਨਾਂ ਕੋਲ ਉਹ ਕਹਿ ਰਹੇ ਨੇ। ਲੇਕਿਨ ਤੁਸੀਂ ਇਹ ਮੰਨ ਕੇ ਚੱਲੋ ਕਿ ਇਸ ਕੇਸ ਨੂੰ ਤਕਰੀਬਨ 6 ਮਹੀਨੇ ਇਨਵੈਸਟੀਗੇਟ ਕੀਤਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ, ਈਡੀ ਨੇ, ਕਿਉਂਕਿ ਐਨਡੀਪੀਐਸ ਐਕਟ ਦਾ ਕੇਸ ਹੈ। ਈਡੀਪੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਖਪਾਲ ਖੈਰਾ ਨੂੰ ਗ੍ਰਿਫਤਾਰ ਕਰ ਲਿਆ ਸੀ 2021 ਦੇ ਵਿੱਚ, ਇਸੀ ਕੇਸ ਦੇ ਵਿੱਚ। ਇਸੀ ਕੇਸ ਦੇ ਨਾਲ ਰਿਲੇਟਡ ਜਿਹੜੀ ਮਨੀ ਲਾਂਡਰਿੰਗ ਐਕਟੀਵਿਟੀਜ਼ ਇੱਕ ਇਸ ਐਫਆਈਆਰ ਦੇ ਬੇਸ ਉੱਤੇ ਈਸੀਆਈਆਰ ਰਜਿਸਟਰ ਕਰਕੇ ਸੁਖਪਾਲ ਖੈਰਾ ਨੂੰ ਜੇਲ੍ਹ ਵਿੱਚ ਰੱਖਿਆ ਗਿਆ। ਕਸਟੋਡੀਅਲ ਇੰਟਰੋਗੇਸ਼ਨ ਹੋਈ ਕੁਝ ਹਫ਼ਤੇ ਐਂਡ ਦੈਨ ਹੀ ਵਾਸ ਪੁੱਟ ਬਿਹਾਈਂਡ ਬਾਰਸ। 80 ਡੇਜ਼ 80 ਦਿਨ ਸੁਖਪਾਲ ਖੈਰਾ ਜੇਲ੍ਹ ਦੇ ਵਿੱਚ ਰਹੇ, ਉਸ ਵਕਤ ਜਦੋਂ ਕਿ ਪੰਜਾਬ ਦਾ ਇਲੈਕਸ਼ਨ ਜਿਹੜਾ ਸੀ 2022 ਫਰਵਰੀ ਦਾ ਇਲੈਕਸ਼ਨ ਸਾਹਮਣੇ ਸੀ। ਸੋ ਇਲੈਕਸ਼ਨਸ ਤੋਂ ਕੁਝ ਦਿਨ ਪਹਿਲਾਂ ਸੁਖਪਾਲ ਖੈਰਾ ਕੇਮ ਆਊਟ ਆਫ ਦ ਜੇਲ, ਉਸ ਬੇਲ ਮਿਲ ਕੇ ਹੀ ਫੌਟ ਦ ਇਲੈਕਸ਼ਨਸ ਐਂਡ ਹੀ ਵਨ, ਹੀ ਬਿਕੇਮ ਦ ਐਮਐਲਏ ਅਗੇਨ। ਤੇ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਲੜਿਆ ਉਹਨਾਂ ਨੇ, ਕਿਉਂਕਿ ਇਹ ਕੇਸ ਇੱਕ ਐਸਾ ਕੇਸ ਸੀ 2017 ਦੇ ਵਿੱਚ ਇਹਦਾ ਫਾਈਨਲ ਜਜਮੈਂਟ ਆਈ ਸੀ। ਸੋ ਉਹ ਜਦੋਂ ਜਜਮੈਂਟ ਆਈ, ਇਨਫੈਕਟ ਕੇਸ ਕੀ ਸੀ? ਕੇਸ ਇਹ ਸੀ ਕਿ 2015 ਦੇ ਵਿੱਚ ਕੁਝ ਫਿਰੋਜ਼ਪੁਰ ਬੇਸਡ ਸਮਗਲਰਸ ਜੋ ਕਿ ਪਾਕਿਸਤਾਨ ਤੋਂ ਡਰੱਗ ਦੀ ਸਮਗਲਿੰਗ ਕਰਦੇ ਸੀ, ਉਹਨਾਂ ਦਾ ਇੱਕ ਜਿਹੜਾ ਕਿ ਕਹਿ ਸਕਦੇ ਹਾਂ ਸੈੱਲ ਫੜਿਆ ਗਿਆ। ਜਲਾਲਾਬਾਦ ਦੇ ਵਿੱਚ ਕੇਸ ਰਜਿਸਟਰ ਹੋ ਗਿਆ, ਫੜ ਲਏ ਗਏ ਸਮਗਲਰ, ਉਹਨਾਂ ਦੇ ਖਿਲਾਫ ਮੁਕੱਦਮਾ ਹੋਇਆ। 11 ਅਕਿਊਜ਼ਡ ਸੀ ਉਸ ਮਾਮਲੇ ਦੇ ਵਿੱਚ, ਸੁਖਪਾਲ ਖੈਰਾ ਉਹਨਾਂ ਦੇ ਵਿੱਚੋਂ ਨਹੀਂ ਸੀ। ਜਦੋਂ ਉਸ ਕੇਸ ਦਾ ਫੈਸਲਾ 2017 ਦੇ ਵਿੱਚ ਆਇਆ, 31 ਅਕਤੂਬਰ 2017 ਨੂੰ ਡਿਸੀਜਨ ਆਉਂਦਾ ਹੈ। 9 ਜਿਹੜੇ ਉਹਨਾਂ 11 ਦੇ ਵਿੱਚੋਂ ਕ੍ਰਿਮੀਨਲਸ ਅਕਿਊਜ਼ ਸੀ, ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਐਨਡੀਪੀਐਸ ਐਕਟ ਦੇ ਵੱਖ-ਵੱਖ ਸੈਕਸ਼ਨ ਦੇ ਵਿੱਚ। ਠੀਕ ਉਸੇ ਸਮੇਂ ਜਦੋਂ ਕਿ ਉਸ ਕੇਸ ਦਾ ਫੈਸਲਾ ਆ ਰਿਹਾ ਹੁੰਦਾ ਹੈ, ਅਦਾਲਤ ਦੇ ਵਿੱਚ ਪ੍ਰੋਸੀਕਿਊਸ਼ਨ ਜੋ ਕਿ ਪੰਜਾਬ ਪੁਲਿਸ ਸੀ, ਉਸਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਕਿ ਸਾਨੂੰ ਇਸ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਵੀ ਅਰੇ ਕਰਨਾ ਐਜ਼ ਐਨ ਅਕਿਊਜ਼ਡ, ਤੇ ਉਸੇ ਵਕਤ ਉਹਨਾਂ ਅਕਿਊਜ਼ਡ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਹੁਣ ਦਿਸ ਵਾਸ ਸੈਕਸ਼ਨ 319 ਆਫ ਸੀਆਰਪੀਸੀ, 319 ਸੈਕਸ਼ਨ ਹੈ। ਇਹਦਾ ਇਹ ਮਤਲਬ ਸੀ ਕਿ ਕਿਸੇ ਵੀ ਸਟੇਜ ਦੇ ਉੱਤੇ ਜਦੋਂ ਮੁਕੱਦਮਾ ਚੱਲਦਾ ਪਿਆ ਹੋਵੇ, ਸੈਟ ਆਫ ਅਕਿਊਜ਼ਡ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਕਿਸੇ ਨਵੇਂ ਅਕਿਊਜ਼ਡ ਨੂੰ ਐਂਟਰੀ ਕਰਾਣੀ ਹੈ ਤਾਂ ਜਿਹੜਾ ਪ੍ਰੋਸੀਕਿਊਸ਼ਨ ਹੈ ਐਂਟਰੀ ਕਰਾ ਸਕਦਾ ਹੈ। ਲੇਕਿਨ ਉਹ ਐਂਟਰੀ ਕਿਸ ਸਟੇਜ ਦੇ ਉੱਤੇ ਹੋਣੀ ਹੈ? ਕਿ ਉਸ ਦਿਨ ਜਿਸ ਦਿਨ ਤੁਸੀਂ 11 ਬੰਦਿਆਂ ਦੇ ਵਿੱਚੋਂ 9 ਨੂੰ ਦੋਸ਼ੀ ਕਰਾਰ ਅਦਾਲਤ ਨੇ ਦੇਤਾ, ਮੁਕੱਦਮੇ ਦਾ ਟਰਾਇਲ ਚੱਲਿਆ, ਐਗਜ਼ਾਮੀਨੇਸ਼ਨ, ਕ੍ਰਾਸ ਐਗਜ਼ਾਮੀਨੇਸ਼ਨ ਸਭ ਕੁਝ ਹੋਇਆ, ਉਹਨਾਂ ਤਮਾਮ ਸਮੇਂ ਦੌਰਾਨ ਤਾਂ ਉਸ ਬੰਦੇ ਨੂੰ ਜਿਹੜਾ ਨਵਾਂ ਇਸ ਕੇਸ ਦੇ ਵਿੱਚ ਇਨਵੋਲਵ ਕੀਤਾ ਜਾ ਰਿਹਾ ਉਹਨੂੰ ਮੌਕਾ ਨਹੀਂ ਮਿਲਿਆ ਆਪਣਾ ਡਿਫੈਂਸ ਰੱਖਣ ਦਾ। ਲੇਕਿਨ ਆਖਰੀ ਦਿਨ ਦੇ ਉੱਤੇ ਤੁਸੀਂ ਐਪਲੀਕੇਸ਼ਨ ਪਾਉਂਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਸ ਕੇਸ ਦੇ ਵਿੱਚ ਅੱਜ ਫੈਸਲਾ ਆ ਗਿਆ, ਪ੍ਰੋਸੀਕਿਊਸ਼ਨ ਨੇ ਦੋਸ਼ੀ ਉਹ ਸਮਗਲਰ ਸੀ, ਦੇਅਰ ਵਾਸ ਨੋ ਡਾਊਟ ਅਬਾਊਟ ਕਿ ਉਹ ਲੋਕ ਸਮਗਲਰ ਸੀ। ਲੇਕਿਨ ਉਸੇ ਦਿਨ ਇਹਨਾਂ ਨੂੰ ਐਪਲੀਕੇਸ਼ਨ ਪਾ ਕੇ ਅਰੇ ਕਰ ਲਿਆ ਗਿਆ ਐਜ਼ ਐਨ ਅਕਿਊਜ਼, ਜਿਨ੍ਹਾਂ ਨੂੰ ਕੰਟੈਸਟ ਕੀਤਾ ਇਹਨਾਂ ਨੇ। ਫਿਰ ਬਾਅਦ ਦੇ ਵਿੱਚ 2021 ਦੇ ਵਿੱਚ ਈਡੀ ਨੇ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਇਹ ਸਾਰੇ ਦੇ ਸਾਰੇ ਮਾਮਲਿਆਂ ਦੇ ਵਿੱਚ ਮਾਮਲਾ ਗਿਆ ਸੁਪਰੀਮ ਕੋਰਟ। ਪਹਿਲਾਂ ਹਾਈ ਕੋਰਟ ਗਏ, ਇਹ ਹਾਈ ਕੋਰਟ ਤੋਂ ਬਾਅਦ ਇਹ ਗਏ ਸੁਪਰੀਮ ਕੋਰਟ। ਹਾਈ ਕੋਰਟ ਨੇ ਰਿਲੀਫ ਨਹੀਂ ਦਿੱਤੀ। ਹੁਣ ਜਦੋਂ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਕਨਸਟੀਟਿਊਸ਼ਨਲ ਬੈਂਚ ਬਿਠਾਇਆ। ਕੈਨ ਯੂ ਬਿਲੀਵ ਇਟ? ਸੁਖਪਾਲ ਖੈਰਾ ਵਰਸਸ ਯੂਨੀਅਨ ਆਫ ਇੰਡੀਆ ਔਰ ਈਡੀ। It was a constitutional bench of 5 judges which actually vetted this issue of CRPC 319.
ਤੇ ਉਹਨਾਂ ਨੇ ਫਿਰ ਫੈਸਲਾ ਇਹ ਦਿੱਤਾ ਕਿ ਤੁਸੀਂ ਇਹ ਨਹੀਂ ਹੈ ਵੀ ਕਿਸੇ ਵੀ ਬੰਦੇ ਨੂੰ ਕਿਸੇ ਵੀ ਸਟੇਜ ਤੇ ਲਿਆ ਕੇ ਤੁਸੀਂ ਕੇਸ ਦੇ ਵਿੱਚ ਕਹੋ ਜੀ ਇਹਨੂੰ ਵੀ ਅਸੀਂ ਨਾਮਜ਼ਦ ਕਰਨਾ ਹੈ, ਕਿਉਂਕਿ ਇਸ ਕੇਸ ਦੇ ਵਿੱਚ ਤਾਂ ਫੈਸਲਾ ਆ ਗਿਆ, ਤਾਂ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਜਦੋਂ ਇੱਕ ਪਾਰਟਿਕੂਲਰ ਕੇਸ ਦੇ ਵਿੱਚ ਫੈਸਲਾ ਸੁਣਾਇਆ ਜਾ ਰਿਹਾ ਹੈ, ਦੋਸ਼ੀ ਕਿਸ ਨੂੰ ਜਾਂ ਨਿਰਦੋਸ਼ ਸਾਬਤ ਕੀਤਾ ਜਾ ਰਿਹਾ ਹੈ, ਆਰਡਰ ਹੋ ਰਿਹਾ ਹੈ, ਉਸ ਤੋਂ ਪਹਿਲਾਂ ਹੀ ਤੁਸੀਂ ਕਿਸੇ ਨੂੰ ਅਕਿਊਜ਼ਡ ਲੈ ਸਕਦੇ ਹੋ, 319 ਦੀ ਐਪਲੀਕੇਸ਼ਨ ਪਾ ਸਕਦੇ ਹੋ, ਅਦਰਵਾਈਜ਼ ਪ੍ਰੋਸੀਕਿਊਸ਼ਨ ਨਹੀਂ ਇਹ ਕਰ ਸਕਦਾ। ਇਹ ਸੁਪਰੀਮ ਕੋਰਟ ਨੇ 8-10 ਫੈਸਲੇ ਸੁਣਾਏ ਨੇ ਕੁਝ ਮਹੀਨੇ ਪਹਿਲਾਂ। ਉਸ ਕੇਸ ਦੇ ਵਿੱਚ ਵੀ ਹੁਣ ਇਹਨਾਂ ਨੇ ਕਿਹਾ ਕਿ ਮੈਨੂੰ ਪੂਰਾ ਦੋਸ਼ ਮੁਕਤ ਕਰੋ, ਹਜੇ ਉਹ ਕੇਸ ਕੋਰਟ ਦੇ ਵਿੱਚ ਹੈ। ਹੁਣ ਪੁਲਿਸ ਨਵਾਂ ਐਵੀਡੈਂਸ ਤੁਸੀਂ ਕਹਿ ਰਹੇ ਹੋ, ਜਿਵੇਂ ਜ਼ਿਕਰ ਕੀਤਾ ਕਿ ਲੈ ਕੇ ਆਈ, ਹੁਣ ਕੀ ਨਵਾਂ ਐਵੀਡੈਂਸ ਹੈ, ਵੀ ਜਸਟ ਨੀਡ ਟੂ ਨੋ ਕਿ ਪ੍ਰੋਸੀਕਿਊਸ਼ਨ ਕੀ ਲੈ ਕੇ ਆਈ ਹੈ। ਲੇਕਿਨ 8 ਸਾਲ ਤੋਂ ਜਿਸ ਮੁਕੱਦਮੇ ਦੇ ਵਿੱਚ ਸੁਖਪਾਲ ਖਹਿਰਾ ਵਾਸ ਨੋਵੇਅਰ ਇਨ ਦ ਪਿਕਚਰ, 2015 ਦਾ ਮੁਕੱਦਮਾ 2017 ਦੇ ਵਿੱਚ ਪਿਕਚਰ ਦੇ ਵਿੱਚ ਆਉਂਦੇ ਨੇ, ਉਹ ਮਾਮਲੇ ਦੇ ਵਿੱਚ 2021 ਦੇ ਵਿੱਚ ਗ੍ਰਿਫਤਾਰੀਆਂ, ਫਿਰ ਈਡੀ ਦੀ ਪੂਰੀ ਤਫਤੀਸ਼, ਈਡੀ ਨੇ ਚਲਾਨ ਵੀ ਫਾਈਲ ਕੀਤਾ, ਚਾਰਜਸ਼ੀਟ ਫਾਈਲ ਕੀਤੀ, ਉਹਦੇ ਵਿੱਚ ਵੀ ਸੁਖਪਾਲ ਖਹਿਰਾ ਦੇ ਖਿਲਾਫ ਕੋਈ proceeds of drug money ਨਹੀਂ ਹੋ ਪਾਈਆਂ। ਸੋ ਹੀ ਹੈਜ਼ ਬੀਨ ਏਬਲ ਟੂ ਮਤਲਬ ਆਪਣੇ ਆਪ ਨੂੰ ਬਹੁਤ ਚੰਗੇ ਡਿਫੈਂਡ ਕੀਤਾ, ਉਹਨਾਂ ਨੂੰ ਰਾਹਤ ਮਿਲੀ। ਤੇ ਹੁਣ इस मामले ਦੇ ਵਿੱਚ क्यों ये हो रही है कार्रवाई, दैट्स अ क्वेश्चन। आपने पॉलिटिकल वेंडेटा का जिक्र किया और मैंने उसी टाइम पे आपका वो पुलिस वाला पॉइंट डाल दिया, तो क्या आप उस पर थोड़ा एक्सपेंड करना चाहेंगे, क्यों आपको लगता है ये पॉलिटिकल वेंडेटा है? ਸੁਖਪਾਲ ਖਹਿਰਾ ਨੇ ਇਸ ਤੋਂ ਪਹਿਲਾਂ ਵੀ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਕਿਸੇ ਵੀ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਤੇ ਇਹਦੀਆਂ ਕੋਸ਼ਿਸ਼ਾਂ ਕੀਤੀਆਂ ਵੀ ਗਈਆਂ। ਉਹਨਾਂ ਦੇ ਕਿਸੇ ਕਈ ਰਿਸ਼ਤੇਦਾਰਾਂ ਦੇ ਖਿਲਾਫ ਕੇਸ ਰਜਿਸਟਰ ਹੋਏ। ਸੁਖਪਾਲ ਖਹਿਰਾ ਇੱਕ ਅਜਿਹੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਹੱਕ ਵਿੱਚ UAPA ਦੇ ਜਿਹੜੇ ਰਜਿਸਟਰ ਕੀਤੇ ਗਏ ਕੇਸ, ਕਈ ਕੇਸਾਂ ਦੇ ਵਿੱਚ ਤਕਰੀਬਨ 6-7 ਅਜਿਹੇ ਨੌਜਵਾਨ ਜਿਨ੍ਹਾਂ ਨੂੰ UAPA ਦੇ ਪੰਜਾਬ ਪੁਲਿਸ ਨੇ ਨਜਾਇਜ਼ ਧੱਕੇ ਲਾ ਕੇ ਕੇਸ ਦਰਜ ਕੀਤੇ, ਉਹਨਾਂ ਦੇ ਘਰਾਂ 'ਚ ਵਿਜ਼ਿਟ ਕੀਤਾ ਸੁਖਪਾਲ ਖਹਿਰਾ ਨੇ। ਤੇ ਬਹੁਤ ਸੇ ਕੇਸਾਂ ਦੇ ਵਿੱਚ ਇੱਕ ਕੇਸ ਅੰਮ੍ਰਿਤਸਰ ਦਾ ਸੀ ਜਿੱਥੇ ਕਿ ਕੇਸ FIR ਸਕ੍ਰੈਪ ਹੋਈ, ਜਸਟ ਬਿਕੋਜ਼ ਆਫ ਦ ਇੰਟਰਵੈਂਸ਼ਨ, ਦ ਕਾਈਂਡ ਆਫ ਇੰਟਰਵੈਂਸ਼ਨ ਹੀ ਵੁੱਡ ਡੂ ਐਜ਼ ਐਨ ਇੰਡੀਵਿਜੂਅਲ। ਹੀ ਇਜ਼ ਵੈਰੀ ਐਕਟਿਵ ਇਨ ਥੀਸ ਥਿੰਗਸ, ਪਾਰਟੀ ਲਾਈਨ ਤੋਂ ਹਟ ਕੇ ਵੀ ਗੱਲ ਕਰਦੇ ਨੇ। ਲੇਕਿਨ ਇਸ ਕੇਸ ਦੇ ਵਿੱਚ ਕਿਉਂਕਿ ਸੁਖਪਾਲ ਖਹਿਰਾ ਦਾ ਇੱਕ ਅਜਿਹਾ ਈਗੋ ਟਸਲ ਫਸ ਗਿਆ ਹੈ। ਰੀਸੈਂਟਲੀ ਉਹਨਾਂ ਨੇ ਰਾਘਵ ਚੱਡੇ ਦੀ ਸ਼ਾਦੀ ਜਿਹੜੀ ਹੋਈ ਉਸ ਉੱਤੇ ਕਈ ਟਿੱਪਣੀਆਂ ਕੀਤੀਆਂ। ਉਸ ਤੋਂ ਪਹਿਲਾਂ ਵੀ ਲਗਾਤਾਰ ਭਗਵੰਤ ਮਾਨ ਨੂੰ ਪਰਸਨਲ ਲੈਵਲ ਦੇ ਉੱਤੇ ਬਹੁਤ ਤਿੱਖੇ ਸ਼ਬਦ ਵਰਤਦੇ ਰਹੇ ਨੇ। ਭਗਵੰਤ ਮਾਨ ਨੇ ਵੀ ਉਹਨਾਂ ਦੇ ਸੰਦਰਭ ਵਿੱਚ ਕਈ ਗੱਲਾਂ ਬਾਤਾਂ ਕੀਤੀਆਂ ਨੇ, ਲੇਕਿਨ ਸੁਖਪਾਲ ਖਹਿਰਾ ਹੈਜ਼ ਬੀਨ ਵੈਰੀ ਪਰਸਨਲ। ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੂੰ ਟਰੈਪ ਕਰਨ ਦੀ ਜਾਂ ਕੇਸਾਂ ਦੇ ਵਿੱਚ ਫਰੇਮ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਦੇ ਖਿਲਾਫ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਨਵਾਂ ਮੁਕੱਦਮਾ ਬਣਾਇਆ ਜਾਵੇ। ਲੇਕਿਨ ਇਨਸੀਡੈਂਟਲੀ ਪੁਰਾਣੇ ਕੇਸ ਦੇ ਵਿੱਚ ਹੀ ਕੁਝ ਫਰੈਸ਼ ਐਵੀਡੈਂਸ ਲਿਆ ਕੇ ਪੁਲਿਸ ਨੇ ਉਹਨਾਂ ਨੂੰ ਇੰਪਲੀਕੇਟ ਕੀਤਾ ਹੈ। SIT ਨੇ ਜਾਂਚ ਕੀਤੀ ਹੈ। ਇਨਫੈਕਟ ਇਸ SIT ਦੇ ਜਿਹੜੇ ਜਾਂਚ ਅਧਿਕਾਰੀ ਲਗਾਏ ਗਏ ਨੇ ਉਹ ਵੀ ਇੱਕ ਅਜਿਹੇ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਸੁਖਪਾਲ ਖਹਿਰਾ ਟਿੱਪਣੀਆਂ ਕਰਦੇ ਰਹੇ ਨੇ। ਸੋ ਵਨ ਹੈਜ਼ ਟੂ ਸੀ, ਸਵਪਨ ਸ਼ਰਮਾ ਹੈ ਉਹਨਾਂ ਦਾ ਨਾਂ ਹੈ, ਅਦਰਵਾਈਜ਼ ਅੱਛੇ ਕਾਬਲ ਅਫਸਰ ਨੇ। ਲੇਕਿਨ ਕਿਉਂਕਿ ਹੁਣ ਅਜਿਹੇ ਅਫਸਰ ਨੂੰ ਲਾਤਾ ਗਿਆ, ਅਫਸਰ ਵੀ ਤੁਸੀਂ ਉਹ ਲਾਉਂਦੇ ਹੋ। ਸੁਖਪਾਲ ਖਹਿਰਾ ਵੀ ਥੋੜੇ ਜਿਹੇ ਬੜਬੋਲੇ ਜ਼ਿਆਦਾ ਨੇ। ਹੀ ਹੈਜ਼ ਬੀਨ ਵੈਰੀ ਵੋਕਲ ਅਬਾਊਟ ਕਿਸੇ ਦੇ ਖਿਲਾਫ ਵੀ ਕੁਝ ਵੀ, ਇਟਸ ਲਾਈਕ ਅ ਲੂਜ਼ ਕੈਨਨ ਆਲਸੋ, ਠੀਕ ਹੈ ਨਾ। ਉਹ ਵੀ ਬੋਲਣ ਦੇ ਵਿੱਚ ਪਿੱਛੇ ਹਟਦੇ ਨਹੀਂ, ਦੋ ਹੀ ਹੈਜ਼ ਬੀਨ ਟੇਕਿੰਗ ਦ ਪੋਜੀਸ਼ਨ ਦ ਰਾਈਟ ਦਿਸ ਥਿੰਗ। ਤੇ ਤੁਸੀਂ ਇਮੈਜਿਨ ਕਰੋ ਕਿ ਸੁਖਪਾਲ ਖਹਿਰਾ ਪਾਰਟੀ ਬਦਲਦੇ ਨੇ। ਟ੍ਰੈਜੇਡੀ ਹੈ ਕਿ ਸੁਖਪਾਲ ਖਹਿਰਾ ਵਾਸ ਦ ਲੀਡਰ ਫॉर ऑफिशियल ਆਪੋਜੀਸ਼ਨ ਫॉर ਆਮ ਆਦਮੀ ਪਾਰਟੀ। 2017 ਤੋਂ 2022 ਤੱਕ ਉਹ ਆਮ ਆਦਮੀ ਪਾਰਟੀ ਦੇ ਵਿੱਚ ਸੀ, ਉਹਨਾਂ ਦੇ ਲੀਡਰ ਆਫ ਆਪੋਜੀਸ਼ਨ ਸੀ। ਉਸੇ ਵਕਤ ਜਦੋਂ ਭਗਵੰਤ ਮਾਨ ਪਾਰਟੀ ਦੇ ਲੀਡਰ ਸੀ, ਦੋਵੇਂ ਕਲੀਗ ਰਹੇ ਨੇ। ਲੇਕਿਨ ਆਫ ਲੇਟ ਦੋਵਾਂ ਦੇ ਵਿੱਚ ਆਪਸ ਦੇ ਵਿੱਚ ਵਿਅਕਤੀਗਤ ਜਿਹੜੀ ਇੱਕ ਦੂਸਰੇ ਤੇ ਤਿੱਖੇ ਬਿਆਨ ਐਂਡ ਇਸ਼ੂ ਬੇਸਡ ਗੱਲਬਾਤ ਹੈ। ਸੁਖਪਾਲ ਖਹਿਰਾ ਨੇ ਜਿਹੜੀ ਗੱਲ ਕੀਤੀ ਹੈ ਕੋਈ ਐਵੇਂ ਨਹੀਂ ਕਿ ਪਰਸਨਲ ਗੱਲਬਾਤ ਹੈ, ਇਸ਼ੂ ਬੇਸਡ ਗੱਲਬਾਤ ਹੈ। ਲੇਕਿਨ ਆਹ ਜਿਹੜੀ ਚੀਜ਼ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ, ਪਾਰਟਿਕੂਲਰਲੀ ਕਿਉਂਕਿ ਮੈਂ ਐਕਸਪੈਕਟ ਨਹੀਂ ਸੀ ਕਰਦਾ ਕਿ ਇਸ ਕੇਸ ਦੇ ਵਿੱਚ ਤੁਸੀਂ ਦੇਖੋ ਨਾ ਕਿ ਈਡੀ ਨੇ ਕੀ ਨਹੀਂ ਕੱਢਿਆ, ਜਾਂ ਨਾ ਈਡੀ ਕੋਲ ਐਸੀ ਕਿਹੜੀ ਚੀਜ਼ ਸੀ ਜਿਹੜੀ ਕਿ ਉਹਨਾਂ ਦੇ ਰਡਾਰ ਤੋਂ ਨਿਕਲ ਗਈ, ਜੋ ਕਿ ਹੁਣ ਪੰਜਾਬ ਪੁਲਿਸ ਕੱਢ ਕੇ ਲੈ ਗਈ। ਲੈਟਸ ਸੀ, ਤੁਹਾਡੇ ਸਾਹਮਣੇ ਹੈ। ਉਹ ਕਹਿੰਦੇ ਨੇ ਇਬਤਦਾ ਇਸ਼ਕ ਮੇਂ ਹੋਤਾ ਹੈ ਕਿਆ, ਆਗੇ ਆਗੇ ਦੇਖੀਏ, ਰੋਤਾ ਹੈ ਕਿਆ, ਹੋਤਾ ਹੈ ਕਿਆ। ਤੇ ਹੁਣ ਅੱਗੇ ਅੱਗੇ ਪਤਾ ਲੱਗੂਗਾ ਵੀ ਹੁਣ ਕੀ ਹੋਣਾ ਹੈਗਾ, ਕੀ ਜਾਂਚ ਨਿਕਲੇ। ਲੇਕਿਨ ਮੈਨੂੰ ਬਹੁਤ ਘੱਟ ਆਸਾਂ ਨੇ। ਆਈ ਕਲੀਅਰਲੀ ਸੇ ਨਵਾਂ ਐਵੀਡੈਂਸ ਕਿੱਥੋਂ ਆਇਆ, ਕੀ ਆਇਆ, ਕਿਵੇਂ ਤੁਸੀਂ ਤਾਰਾਂ ਨੂੰ ਜੋੜ ਰਹੇ ਹੋ ਕੇਸਾਂ ਨੂੰ, ਸਾਫ਼ ਨਜ਼ਰ ਆ ਰਿਹਾ ਕਿ ਚੀਜ਼ਾਂ ਵੀ ਸੀਇੰਗ ਇਟ ਕਮਿੰਗ ਕਿ ਇਹ ਹੋਣਾ ਹੀ ਹੋਣਾ ਹੈ। ਇਹ ਖੁਦ ਵੀ ਸੁਖਪਾਲ ਖਹਿਰਾ ਨੂੰ ਲੱਗ ਰਿਹਾ ਸੀ ਮੁਕੱਦਮਾ ਮੇਰੇ ਖਿਲਾਫ ਹੋਣਾ ਹੈ। ਐਂਡ ਦੇਖੋ ਹੋਰ ਬਹੁਤ ਕਾਂਗਰਸ ਦੇ ਲੀਡਰਾਂ ਦੇ ਖਿਲਾਫ, ਕਾਂਗਰਸ ਦੇ ਸਾਬਕਾ ਮੰਤਰੀ ਜੇਲ੍ਹਾਂ 'ਚ ਡੱਕੇ ਗਏ, ਵਿਧਾਇਕ ਪਾਏ ਗਏ। ਅਸੀਂ ਕਿਸੇ ਦੇ ਉੱਤੇ ਚਰਚਾ ਨਹੀਂ ਕੀਤੀ ਬਿਕੋਜ਼ ਪ੍ਰਾਈਮ ਫੇਸੇ ਚੀਜ਼ਾਂ ਨਿਕਲੀਆਂ ਨੇ, ਕਰਪਸ਼ਨ ਹੋਈ ਹੈ। ਲੇਕਿਨ ਇਸ ਕੇਸ ਦੇ ਵਿੱਚ ਸੁਖਪਾਲ ਖਹਿਰਾ ਵਾਜ਼ ਨੈਵਰ ਇਨ ਅ ਪੋਜੀਸ਼ਨ ਆਫ ਪਾਵਰ। ਤੁਸੀਂ ਦੇਖੋ ਵੀ ਆਲ ਥੀਸ ਈਅਰਸ ਹੀ ਵਾਜ਼ ਨੈਵਰ ਇਨ ਅ ਪੋਜੀਸ਼ਨ ਆਫ ਪਾਵਰ। ਮੋਸਟ ਆਫ ਦਾ ਟਾਈਮ ਉਹਦੀ ਜਿੰਨੀ ਰਾਜਨੀਤੀ ਰਹੀ ਹੈ ਉਹਦੇ ਵਿੱਚ ਉਹ ਵਿਰੋਧੀ ਧਿਰ ਦੇ ਵਿੱਚ ਹੀ ਰਿਹਾ। ਹੀ ਹੈਜ਼ ਬੀਨ ਐਨ ਲੀਡਰ ਆਫ ਆਪੋਜੀਸ਼ਨ।
ਐਟ ਬੈਸਟ ਉਹਦੀ ਜਿਹੜੀ ਕੈਪੈਸਿਟੀ ਰਹੀ ਹੈ ਉਹਨਾਂ ਦੀ ਉਹ ਐਜ਼ ਐਨ ਐਮਐਲਏ ਰਹੀ ਹੈ, ਠੀਕ ਹੈ ਨਾ। ਜਦੋਂ ਕਾਂਗਰਸ ਦੀ ਸਰਕਾਰ ਸੀ ਤੁਸੀਂ ਦੇਖੋ ਵੀ ਹੀ ਵਾਸ ਨੈਵਰ ਇਨ ਅਕਾਲੀ ਦਲ, ਉਹਦੇ ਫਾਦਰ ਅਕਾਲੀ ਦਲ 'ਚ ਰਹੇ ਨੇ। ਅਕਾਲੀ ਦਲ ਦੀ 10 ਸਾਲ ਦੀ ਸਰਕਾਰ 2007 ਤੋਂ 17 ਤੱਕ ਰਹੀ। ਸੁਖਪਾਲ ਖਹਿਰਾ ਵਾਜ਼ ਆਪੋਜੀਸ਼ਨ ਐਂਡ ਵੈਰੀ ਵੋਕਲ ਓਪੋਨੈਂਟ ਆਫ ਬੀਬੀ ਜਗੀਰ ਕੌਰ, ਹੈ ਨਾ। ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਆਈ, ਸੁਖਪਾਲ ਸਿੰਘ ਖਹਿਰਾ ਉਸ ਵਕਤ ਆਮ ਆਦਮੀ ਪਾਰਟੀ ਚਲੇ ਜਾਂਦੇ ਨੇ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਸੁਖਪਾਲ ਖਹਿਰਾ ਅੱਜ ਕਾਂਗਰਸ ਦੇ ਵਿੱਚ ਨੇ। ਉਹਨਾਂ ਦੀ ਫੋਰਐਵਰ ਇਨ ਦੀ ਆਪੋਜੀਸ਼ਨ, ਹਾਂ, ਆਪੋਜੀਸ਼ਨ ਦੇ ਵਿੱਚ ਹੀ ਤੁਰੇ ਆ ਰਹੇ ਨੇ। ਸੋ ਆਪੋਜੀਸ਼ਨ ਦਾ ਐਮਐਲਏ ਨੇ 2015 ਦੇ ਵਿੱਚ ਆਪੋਜੀਸ਼ਨ ਦਾ ਐਮਐਲਏ ਹੋਵੇ ਤੇ ਕਿਸੇ ਹੋਇਆ ਇਹ ਸੀਗਾ ਕਿ ਉਹ ਜਿਹੜੇ ਸਮਗਲਰ ਸੀ ਉਹਨਾਂ ਨਾਲ ਕੁਝ ਅਜਿਹੇ ਲੋਕ ਜੁੜੇ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਗੁਰਦੇਵ ਸਿੰਘ। ਗੁਰਦੇਵ ਸਿੰਘ ਵਾਜ਼ ਨੋਨ ਟੂ ਸੁਖਪਾਲ ਖਹਿਰਾ। ਆਪਸ ਦੇ ਵਿੱਚ ਪੁਲਿਸ ਉਹ ਕਨੈਕਸ਼ਨ ਜੋੜ ਰਹੀ ਹੈ। ਹੁਣ ਗੁਰਦੇਵ ਸਿੰਘ ਦੀ ਇੱਕ ਭੈਣ ਸੀ ਜੋ ਕਿ ਇੰਗਲੈਂਡ ਬੇਸ ਸੀ। ਗੁਰਦੇਵ ਸਿੰਘ ਦੀ ਭੈਣ ਨੇ ਕਿਤੇ ਗੁਰਦੇਵ ਸਿੰਘ ਨੂੰ ਕਿਹਾ ਵੀ ਕਦੇ ਲੋੜ ਹੋਵੇ ਤਾਂ ਸੁਖਪਾਲ ਖਹਿਰਾ ਦੇ ਇੱਕ ਪੀਏ ਹੈਗੇ ਨੇ, ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾਏ। ਸੋ ਆਹ ਪੂਰਾ ਦਾ ਪੂਰਾ ਲਿੰਕ ਜੋੜਿਆ। ਉਸ ਵਕਤ ਵੀ 2017 ਵਿੱਚ ਵੀ ਇਹ ਗੱਲ ਉੱਠੀ ਸੀ, ਇਸੇ ਕਾਸਤੇ 319 ਦੀ CRPC ਦੀ ਐਪਲੀਕੇਸ਼ਨ ਦਿੱਤੀ। ਹੁਣ ਵੀ ਉਹੀ ਗੱਲ ਹੈਗੀ, ਕੋਈ ਵੱਧ ਘੱਟ ਹੋ ਗਈ ਹੋਵੇ। ਹਾਂ, ਸੁਖਪਾਲ ਖਹਿਰਾ ਦੀ ਜਾਇਦਾਦ ਬਾਰੇ ਇੱਕ ਜਿਹੜੀ ਚੀਜ਼ ਹੈ ਨਾ, ਉਸਨੂੰ ਈਡੀ ਨੇ ਐਗਜ਼ਾਮਿਨ ਕੀਤਾ ਹੈ। ਈਡੀ ਨੇ ਆਪਣੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਸੀ ਉਹਦੇ ਵਿੱਚ 3.5 ਕਰੋੜ ਜਾਂ 3.25 ਕਰੋੜ ਰੁਪਏ ਐਕਸੈਸ ਜੋ ਕਿ ਇਹਨਾਂ ਦੀ ਆਮਦਨ ਸੀ ਉਸ ਤੋਂ ਵੱਧ ਦਿਖਾਇਆ ਗਿਆ। ਲੇਕਿਨ ਸੁਖਪਾਲ ਖਹਿਰਾ ਵਾਜ਼ ਏਬਲ ਟੂ ਐਕਸਪਲੇਨ ਇਟ ਟੂ ਦ ਕੋਰਟ ਕਿ ਉਹਨਾਂ ਨੇ 2 ਕਰੋੜ ਦਾ 98 ਲੱਖ ਤੇ 98 ਲੱਖ ਦਾ ਜਿਹੜਾ ਲੋਨ ਲਿਆ ਸੀ, ਜਿਸ ਨੂੰ ਈਡੀ ਨੇ ਇੱਕ ਵੱਖਰੇ ਤਰੀਕੇ ਦੇ ਨਾਲ ਚਾਰਜ ਸ਼ੀਟ ਦਿਖਾਇਆ, ਤੇ ਉਹ ਲੋਨ ਸੀ, ਪਰਸਨਲ ਲੋਨ ਲਿਆ ਗਿਆ ਸੀ। ਜਦੋਂ ਲੋਨ ਤੁਸੀਂ ਲੈਂਦੇ ਹੋ ਤੁਹਾਡੀ ਕਾਲੀ ਕਮਾਈ ਨਹੀਂ ਹੁੰਦੀ। ਸੋ ਇਹਨਾਂ ਦੇ ਬੇਟੇ ਮਹਿਤਾਬ ਖਹਿਰਾ ਤੇ ਇਹਨਾਂ ਨੇ 98 ਲੱਖ ਦੇ 2 ਲੋਨ ਲਏ, ਵਿਚ ਮੀਨਸ 2 ਕਰੋੜ ਐਕਸਪਲੇਨ ਹੋਇਆ। ਇਸ ਤੋਂ ਇਲਾਵਾ 1.25 ਕਰੋੜ ਦਾ ਇੱਕ ਹੋਰ ਕੰਪੋਨੈਂਟ ਸੀ ਜੋ ਕਿ ਇਹਨਾਂ ਨੂੰ ਜ਼ਮੀਨ ਤੋਂ ਠੇਕਾ ਆਉਂਦਾ ਸੀ, ਕਿਸੇ ਪ੍ਰੋਪਰਟੀ ਤੋਂ ਠੇਕਾ ਆਉਂਦਾ ਸੀ। ਸੋ ਉਸ ਨੂੰ ਵੀ ਫੈਕਟਰ ਨਹੀਂ ਕੀਤਾ ਗਿਆ ਸੀ। ਸੋ 3.5 ਕਰੋੜ ਸਟੂਡ ਐਕਸਪਲੇਨਡ। ਦੈਟ ਇਜ਼ ਹਾਊ ਹੀ ਗਾਟ ਦ ਰਿਲੀਫ ਫਰਮ ਆਲ ਦ ਪਲੇਸਿਸ ਬੇਲ ਮਿਲੀ ਹੋਈ ਸੀ। ਸੋ ਲੈਟਸ ਸੀ ਕਿ ਪੰਜਾਬ ਪੁਲਿਸ ਨੂੰ ਨਵਾਂ ਕੀ ਲੈ ਕੇ ਆਉਂਦੀ ਹੈ। ਬਟ ਆਊਟ ਐਂਡ ਆਊਟ ਆਈ ਡੋਂਟ ਫੀਲ ਦੈਟ ਦਿਸ ਇਜ਼ ਐਨੀਥਿੰਗ ਬਟ ਅ ਵੈਂਡੇਟਾ ਕੇਸ। ਕੋਈ ਪੰਜਾਬ ਦੇ ਵਿੱਚ ਤੁਹਾਡੇ ਖਿਲਾਫ ਕੋਈ ਬੋਲ ਰਿਹਾ ਹੈ, ਮੁੱਖ ਮੰਤਰੀ ਦੇ ਹੱਥ ਵਿੱਚ ਤਾਕਤ ਹੈ, ਤੁਸੀਂ ਪੁਰਾਣੇ ਕੇਸਾਂ ਨੂੰ ਇਨਵੋਕ ਕਰੋ, ਕੱਢੀ ਚੱਲੋ, ਠੀਕ ਹੈ ਨਾ। ਸੁਪਰੀਮ ਕੋਰਟ ਨੇ ਕੋਈ ਬਾਰ ਨਹੀਂ ਲਗਾਈ ਸੀ ਵੀ ਉਸ ਕੇਸ ਤੇ ਹੋ ਨਹੀਂ ਸਕਦਾ ਸੀ। ਲੇਕਿਨ ਜਿਸ ਕੇਸ ਨੂੰ ਸੁਪਰੀਮ ਕੋਰਟ ਦੇ ਵਿੱਚ ਉਹਦੀ ਲੀਗੈਲਿਟੀ, ਉਹਦਾ ਲਾਅ ਪੁਆਇੰਟ ਡਿਸਕਸ ਹੋ ਚੁੱਕਾ ਹੋਵੇ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇਸ਼ ਦੀ ਪ੍ਰੀਮੀਅਰ ਏਜੰਸੀ, ਕਿਉਂਕਿ ਉਹਨਾਂ ਨੂੰ ਵੀ ਸੁਖਪਾਲ ਖਹਿਰਾ ਤੋਂ ਤਾਂ ਪ੍ਰੋਬਲਮ ਸਭ ਨੂੰ ਰਹੀ ਹੈ ਨਾ, ਕਿਉਂਕਿ ਇਹ ਤਾਂ ਸਭ ਦੇ ਖਿਲਾਫ ਬੋਲਦੇ ਨੇ, UAP ਦੇ ਖਿਲਾਫ ਬੋਲਦੇ ਨੇ, ਸਟੇਟ ਦੇ ਵਿੱਚ ਕੋਈ ਦਮਨ ਹੋ ਰਿਹਾ ਉਹਦੇ ਖਿਲਾਫ ਬੋਲਦੇ ਨੇ। ਖੈਰ ਇਹ ਨਹੀਂ ਹੈ ਵੀ ਤੁਸੀਂ ਜੇ ਇਸ਼ੂਜ਼ ਚੁੱਕ ਰਹੇ ਹੋ ਤਾਂ ਤੁਹਾਡੀ, ਜੇ ਤੁਸੀਂ ਗਲਤ ਕੰਮ ਕੀਤਾ ਤਾਂ ਤੁਹਾਨੂੰ ਕੋਈ ਬਖਸ਼ਿਆ ਜਾਏ। ਆਈ ਮੀਨ ਇਫ ਯੂ ਹੈਵ ਕਮਿਟਡ ਕਰਪਸ਼ਨ, ਜੇ ਤੁਸੀਂ NDPS ਐਕਟ ਦੇ ਵਿੱਚ ਸਮਗਲਰਾਂ ਦੀ ਮਦਦ ਕੀਤੀ ਹੈ ਤੇ ਤੁਸੀਂ, ਤੁਹਾਨੂੰ ਯੂ ਸ਼ੁੱਡ ਬੀ ਟੇਕਨ ਟੂ ਦ ਟਾਸਕ। ਉਹਦੇ 'ਚ ਕੋਈ ਦੋਰਾਵਾ ਨਹੀਂ ਹੈ। ਜੇ ਸੁਖਪਾਲ ਖਹਿਰਾ ਹੈ ਤਾਂ ਉਹਨਾਂ ਦੇ ਨਾਲ ਹੋਵੇ ਜੋ ਹੁੰਦਾ ਹੈ। ਲੇਕਿਨ ਹੈਰਾਨੀ ਦੀ ਗੱਲ ਹੈ ਵੀ ਇੰਨਾ ਕੁਝ ਹੋ ਚੁੱਕਾ ਹੈ ਤੇ ਇਹ ਚੀਜ਼ਾਂ ਤਾਂ ਕੀਤੀਆਂ ਜਾ ਰਹੀਆਂ ਨੇ ਬਿਕੋਜ਼ ਦੇਰ ਇਜ਼ ਅ ਪਰਸਨਲ ਗਰਾਊਜ਼ ਬਿਟਵੀਨ ਟੂ ਲੀਡਰਸ, ਤੇ ਉਹ ਚੀਜ਼ਾਂ ਦਿਖ ਰਹੀਆਂ ਨੇ, ਪਬਲਿਕ ਡੋਮੇਨ ਦੇ ਵਿੱਚ ਨੇ। ਲੁਕਾਣ छुपाने वाली गल है नहीं है। तो फिर जो आम आदमी पार्टी ये दावा करती है कि भाई वो नई किस्म की सियासत लेकर आई है पंजाब में, फिर नया क्या हुआ? अगर ईगो क्लैश की वजह से लोगों को अरेस्ट कर देते हैं तो फिर मान साहब की सरकार ये कैसे दावा कर सकती है कि भाई हम कुछ अलग कर रहे हैं? देखो ये भी बड़ा बड़ा क्वेश्चन है। ये एक बहुत इंपॉर्टेंट क्वेश्चन है कि ਤੁਸੀਂ ਹੁਣ NDPS ਐਕਟ ਦਾ ਮੁਕੱਦਮਾ ਹੈ, ਇਹ 2015 ਦਾ ਜਲਾਲਾਬਾਦ ਦਾ NDPS ਹੈ, ਨਸ਼ੇ ਦੀ ਤਸਕਰੀ ਦਾ ਮੁਕੱਦਮਾ ਹੈ। ਕੀ ਅੱਜ ਨਸ਼ੇ ਦੀ ਤਸਕਰੀ ਦੇ ਵਿੱਚ ਇਨਵੋਲਵ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ? ਇੱਕ ਕੁਐਸਚਨ ਹੈ। 2 ਜ਼ਿਲ੍ਹਿਆਂ ਦੇ SSP ਬਦਲਤੇ ਗਏ ਨੇ ਪਿਛਲੇ 2 ਦਿਨਾਂ ਦੇ ਵਿੱਚ ਬਿਕੋਜ਼ ਆਫ ਦ ਪ੍ਰੈਸ਼ਰ। ਉਹ ਕਦੇ ਹੋਰ ਗੱਲ ਕਰ ਲਾਂਗੇ ਆਪਾਂ। ਦਬਾਅ ਪਿਆ ਤੇ ਉਹਨਾਂ ਚੋਂ ਇੱਕ ਕੇਸ ਅਜਿਹਾ ਸੀ ਜਿਸ ਵਿੱਚ ਕਿ ਇੱਕ SSP ਨੇ ਨਸ਼ੇ ਦੇ ਤਸਕਰਾਂ ਦੇ ਖਿਲਾਫ ਸਖਤੀ ਕਰਤੀ ਤੇ ਉਸ ਸਖਤੀ ਦੇ ਵਿੱਚ ਉਸ ਨਸ਼ੇ ਦੇ ਤਸਕਰ ਦਾ ਜਿਹੜਾ ਵਕੀਲ, ਜਿਹਦੀ ਕਿ ਇੱਕ ਅੰਡਰਸਟੈਂਡਿੰਗ ਸੀ ਹੈ ਉਹਦਾ ਆਪਸ ਦੇ ਵਿੱਚ, ਜਿਹਨੂੰ ਕਹਿੰਦੇ ਨੇ ਲੋੜ ਤੋਂ ਤੇ ਸ਼ਾਇਦ ਇੱਕ ਅਜਿਹਾ ਰਿਸ਼ਤਾ ਸੀ ਆਪਣੇ ਕਲਾਇੰਟ ਦੇ ਨਾਲ ਜੋ ਕਿ ਪੁਲਿਸ ਦੇ ਰਡਾਰ ਉੱਤੇ ਆ ਗਿਆ ਤੇ ਕਾਰਵਾਈ ਹੋ ਗਈ ਤੇ ਸਖਤੀ ਹੋ ਗਈ। ਖੈਰ ਪੁਲਿਸ ਨੇ ਧੱਕਾ ਕੀਤਾ ਉਸ ਕੇਸ ਦੇ ਵਿੱਚ, ਲੇਕਿਨ ਨੈਵਰਦਲੈਸ ਇਟ ਵਾਜ਼ ਮਤਲਬ ਉਸ ਇਲਾਕੇ ਦੇ ਵਿੱਚ ਲੋਕ ਦੱਸਦੇ ਨੇ ਕਿ ਜੀ ਉਸ SSP ਨੇ ਨਸ਼ੇ ਦੇ ਤਸਕਰਾਂ ਦੇ ਨੱਕ ਦੇ ਵਿੱਚ ਦਮ ਕੀਤਾ ਸੀ। ਹਾਲਾਤ ਐਸੇ ਬਣੇ ਕਿ SSP ਨੂੰ ਟ੍ਰਾਂਸਫਰ ਕਰਤਾ ਗਿਆ ਹੈ। ਇਸ ਤਰੀਕੇ ਦੇ ਹੋਰ ਬੜੀਆਂ ਮਿਸਾਲਾਂ ਨੇ। ਕੁਝ ਅਜਿਹੇ ਸਰਵਿੰਗ ਆਫਿਸਰ ਜਿਨ੍ਹਾਂ ਦੇ ਖਿਲਾਫ NDPS ਐਕਟ ਦੇ ਉਹਨਾਂ ਨੂੰ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਫੈਸਿਲਿਟੇਟ ਕਰਨ ਦੇ ਇਲਜ਼ਾਮ ਲੱਗੇ ਨੇ, ਉਹ ਅਜੇ ਵੀ ਪੁਲਿਸ ਦੇ ਵਿੱਚ ਕੰਮ ਕਰ ਰਹੇ ਨੇ। ਹੋਰ ਬਹੁਤ ਸੇ ਕੇਸਿਸ ਨੇ। ਸੋ ਬੜੇ ਪ੍ਰੈਸਿੰਗ ਕੇਸਿਸ ਸਾਹਮਣੇ ਪਏ ਨੇ। ਤੁਸੀਂ ਉਹ ਸਾਰੀ ਚੀਜ਼ਾਂ ਛੱਡ ਕੇ ਤੁਸੀਂ ਆ ਜਾਂਦੇ ਹੋ ਸੁਖਪਾਲ ਖਹਿਰੇ ਤੇ। ਸੋ ਦੈਟ ਲੁਕਸ ਕਿ ਵੈਂਡੇਟਾ ਦਾ ਇੱਕ ਕੇਸ ਹੈ ਜਿੱਥੇ ਕਿ ਤੁਹਾਨੂੰ ਇੱਕ ਅਜਿਹੇ ਲੀਡਰ ਨੂੰ ਟਾਰਗੇਟ ਕਰਨ ਦੀ ਕਿਉਂ ਲੋੜ ਪੈ ਰਹੀ ਹੈ ਜੋ ਕਿ ਕਾਫੀ ਵੋਕਲ ਹੈ, ਜੋ ਕਿ ਬੋਲਦਾ ਪਿਆ ਹੈ।
ਇੱਕ ਰਾਜਨੀਤੀ ਦਾ ਤਕਾਜ਼ਾ ਵੀ ਕਹਿੰਦਾ ਕਿ ਕਈ ਵਾਰ ਅਜਿਹੇ ਲੀਡਰਾਂ ਨੂੰ, ਤੇ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਖਿੱਚ ਧੂ ਕੇ ਲਿਜਾ ਰਹੇ ਨੇ, ਮਤਲਬ ਉਹਦਾ ਕੋਈ ਸਿਸਟਮ ਨਹੀਂ ਹੈ। ਤੁਸੀਂ ਦੇਖੋ ਨਾ ਇਸ SIT ਨੇ, ਸੁਖਪਾਲ ਖਹਿਰਾ ਦੀ ਕੀ ਗਰਾਊਜ਼ ਹੈ, ਉਹ ਕਹਿੰਦਾ SIT ਨੇ ਮੈਨੂੰ ਇੱਕ ਵਾਰ ਸੱਦਿਆ ਤੱਕ ਨਹੀਂ। SIT ਬਣ ਜਾਂਦੀ ਹੈ, ਜਾਂਚ ਹੋ ਜਾਂਦੀ ਹੈ, ਸਵੇਰੇ ਆ ਕੇ ਘਰੋਂ ਤੁਸੀਂ ਚੰਡੀਗੜ੍ਹ ਤੋਂ ਚੱਕ ਕੇ ਲਿਜਾਂਦੇ ਹੋ। ਦਿਸ ਨੈਵਰ ਹੈਪਨਡ। ਉਹ ਕਹਿ ਰਹੇ ਨੇ ਕਿ ਇਸ ਤੋਂ ਚੰਗੀ ਤਾਂ ਕਾਰਵਾਈ ਇਨਫੋਰਸਮੈਂਟ ਡਾਇਰੈਕਟਰ ਨੇ ਕੀਤੀ। ਉਹਨਾਂ ਨੇ ਪੂਰਾ ਸਿਸਟਮ ਫੋਲੋ ਕੀਤਾ, ਆਏ ਮੈਨੂੰ ਲਿਖ ਤੇ ਦਿੱਤਾ ਵੀ ਆਹ ਤੁਹਾਡੇ ਖਿਲਾਫ ਮੁਕੱਦਮਾ, ਆਹ ਚਾਰਜਿਸ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ। ਹੀ ਵਾਸ ਮਚ ਮੋਰ ਸੈਟੀਸਫਾਈਡ। ਇੱਥੇ ਤੁਸੀਂ ਦੇਖੋ ਕਿਵੇਂ ਮਤਲਬ ਕਰੂਡ ਜਿਵੇਂ ਖਿੱਚ ਧੂ ਕੇ ਇੱਕ MLA ਨੇ, ਹੀ ਇਜ਼ ਐਨ MLA, ਬਿਲਕੁਲ ਇੱਕ ਵਿਧਾਇਕ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਟਰੀਟ ਕਰਦੇ ਪਏ ਹੋ। ਤੁਹਾਡੀ ਜਾਂਚ ਟੀਮ ਬਣਦੀ ਹੈ, ਤੁਹਾਡੀ ਜਾਂਚ ਟੀਮ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਵੀ ਸੁਖਪਾਲ ਖਹਿਰੇ ਨੂੰ ਸਮਨ ਕਰ ਲਓ। ਰੋਜ਼ ਹਰ ਚੌਥੇ ਦਿਨ ਤੁਹਾਡਾ ਵਿਜੀਲੈਂਸ ਬਿਊਰੋ ਕਿਸੇ ਨਾ ਕਿਸੇ ਸਾਬਕਾ ਮੰਤਰੀ ਨੂੰ, ਕਾਂਗਰਸ ਦੇ ਨੂੰ ਬੁਲਾ ਕੇ ਬੈਠਾ ਹੁੰਦਾ ਹੈ, ਵਿਚ ਮੀਨਸ ਕਿ ਯੂ ਵਾਂਟ ਟੂ ਮੇਕ ਅ ਸ਼ੋ ਆਊਟ ਆਫ ਇਟ। ਤੁਸੀਂ ਦੱਸਣਾ ਚਾਹ ਰਹੇ ਹੋ ਕਿ ਸਾਡੀ ਸਰਕਾਰ ਦੇ ਖਿਲਾਫ ਬੋਲੋ, ਤੁਹਾਡਾ ਆਹ ਹਾਲ ਕਰਾਂਗੇ। ਇਜ਼ ਦਿਸ ਦ ਮੈਸੇਜ ਦੈਟ ਯੂ ਟ੍ਰਾਈਂਗ ਟੂ ਗਿਵ? ਉਹ ਵੀ ਉਸ ਕੇਸ ਦੇ ਵਿੱਚ ਜਿਸ ਦੇ ਵਿੱਚ ED ਤੇ ਬਾਰ-ਬਾਰ ਮੈਂ ਫੋਕਸ ਕਿਉਂ ਕਰਦਾ ਪਿਆ, ਕਿਉਂਕਿ ਇਹ ਕੇਸ ਤਾਂ ਆਲਰੇਡੀ ਟੌਪ ਲੈਵਲ ਤੇ ਬੈਠ ਹੋ ਚੁੱਕਾ ਹੈ। ਕਿੱਥੇ ਤੱਕ ਤੁਸੀਂ ਭੱਜੋਗੇ, ਕਿੱਥੇ ਤੱਕ ਤੁਹਾਡਾ ਕਾਨੂੰਨੀ ਪੱਖ ਜਾਏਗਾ? ਜੇ ED ਨਹੀਂ ਟੰਗ ਸਕੀ ਸੁਖਪਾਲ ਖਹਿਰੇ ਨੂੰ ਇਸ ਕੇਸ 'ਚ, ਤਾਂ ਤੁਹਾਡੀ SIT ਜਿਹੜੇ ਕਿ ਹਾਲੇ ਤੱਕ ਇੰਨੀ ਉਹਨਾਂ 'ਚ, ਮੈਂ ਕਹਿੰਦਾ ਉਹਨਾਂ 'ਚ ਇੰਨੀ ਮੋਰਲ ਹਿੰਮਤ ਵੀ ਨਹੀਂ ਹੈ ਕਿ ਤੁਸੀਂ ਅਕਿਊਜ਼ ਨੂੰ ਸੱਦੋ। ਪਹਿਲਾਂ ਤਾਂ ਸਟੇਕ ਹੀ ਹੁੰਦਾ ਨਾ, ਤੁਹਾਡੇ ਖਿਲਾਫ ਸ਼ਿਕਾਇਤ ਆਈ, ਤੁਸੀਂ ਆਓ ਜੀ ਥਾਣੇ ਆਓ ਸਾਡੇ ਕੋਲ ਪਹਿਲਾਂ ਤਾਂ, ਐਂਡ ਵੀ ਵਾਂਟ ਟੂ ਗੈਟ ਐਨ ਇੰਟਰੋਗੇਸ਼ਨ ਡਨ ਫਰਮ ਯੂਅਰ ਵਟਐਵਰ, ਠੀਕ ਹੈ ਨਾ। ਬਟ ਅਨਫੋਰਚੂਨੇਟਲੀ ਉਹ ਨਹੀਂ ਹੋ ਰਿਹਾ। ਸੋ ਹੋ ਕੀ ਰਿਹਾ? ਇਹ ਤਾਂ ਦ ਰਾਈਟਿੰਗ ਇਜ਼ ਕਲੀਅਰ ਔਨ ਦ ਵਾਲ। ਹੁਣ ਹਲੇ ਵੀ ਜੇ ਇਹ ਕਹਿਣ ਕਿ ਜੀ ਉਹ ਮੈਂ ਦੇਖ ਰਿਹਾ ਕਿ ਇੱਕ ਪੰਜਾਬ ਦੇ ਇੱਕ ਸਿਹਤ ਮੰਤਰੀ ਨੇ ਉਹ ਬਿਆਨ ਦੇ ਰਹੇ ਸੀ, ਲਾਅ ਇਜ਼ ਟੇਕਿੰਗ ਇਟਸ ਓਨ ਕੋਰਸ। ਹੁਣ ਉਹ ਸਿਹਤ ਮੰਤਰੀ ਨੂੰ ਚੁੰਮਾ 6 ਮਹੀਨੇ ਪਹਿਲਾਂ ਅਦਾਲਤ ਨੇ ਕਨਵਿਕਟ ਕੀਤਾ ਹੈ। ਅਦਾਲਤ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਹ ਖੈਰ ਚਲੋ ਸਸਪੈਂਸ਼ਨ, ਉਹਨਾਂ ਨੇ ਹਾਈ ਕੋਰਟ ਚਲੇ ਗਏ, ਉਹਨਾਂ ਦਾ ਜਦ ਤੱਕ ਉਹਦਾ ਦਾ ਅੱਗੇ ਅਪੀਲ ਚੱਲਦੀ ਵੀ ਤਦ ਤੱਕ ਉਹਨਾਂ ਦਾ ਸੈਂਟੈਂਸ ਸਸਪੈਂਡ ਹੈ। ਲੇਕਿਨ ਉਹ ਮੰਤਰੀ ਨੂੰ ਸਿਹਤ ਮੰਤਰੀ ਬਣਾਇਆ ਤੇ ਉਹ ਗਿਆਨ ਦੇ ਰਿਹਾ ਕਿ ਲਾਅ ਸ਼ੁਡ ਟੇਕ ਇਟਸ ਓਨ ਕੋਰਸ एंड दिस इज नॉट वेंडेटा। हाँ, क्योंकि आपने जो कहा कि मैसेज दिया जा रहा है, बिल्कुल पावर का ढोस दिखा रहा है। लेकिन साथ ही साथ क्या ये स्टेट कांग्रेस को भी एक मैसेज दिया जा रहा है, क्योंकि जो राजा वारिंग हैं वो नाखुश हैं जो मीडिया में उन्होंने स्टेटमेंट दिया है। तो दूसरी बात ये कि मान साहब की जानिब से, हालांकि ऑफिशियली नहीं कहा गया है, लेकिन उनके जो मंत्री हैं अनमोल साहब, उन्होंने बोला है कि मान साहब ने कहा है कि हम जो हैं 13 के 13 सीट्स पंजाब में हम अकेले लड़ेंगे। तो ये चीज़ कही गई है। जो राजा वारिंग कह रहा है कि भाई जो हमारा जो हाई कमांड है पार्टी का, वो भी बिना हमसे मशवरा किए ये फैसला नहीं लेगा क्या करना है। तो ये स्टेट कांग्रेस को क्या ये मैसेज दिया जा रहा है, और इससे क्या एक बड़ा मैसेज नेशनल प्लेटफॉर्म पे भी क्या ये जा सकता है कांग्रेस के पास कि भाई इंडिया अलायंस के आप मेंबर हैं, लेकिन स्टेट पे आप कुछ इस तरह से दिक्कतें पैदा कर रहे हैं कि अलायंस ही नेशनल लेवल पे मुश्किल हो जाए? देखो नैशनल लैवल ਤੇ ਤਾਂ ਜਿਹੜਾ ਅਲਾਇੰਸ ਹੋਣਾ ਹੋ ਜਾਏਗਾ, ਦੈਟ ਇਜ਼ ਅ ਡਿਫਰੈਂਟ ਪੋਲਿਟਿਕਸ। ਜੇ ਥੋੜੀ ਜਿਹੀ ਮੈਚੁਰ ਹੋਣਗੇ, ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਸ ਬਾਰੇ ਕਿ ਨੈਸ਼ਨਲ ਅਲਾਇੰਸਸ ਤੁਹਾਡੇ ਇੱਕ ਅਲੱਗ ਸਫੀਅਰ ਦੇ ਵਿੱਚ ਹੋ ਰਹੇ ਨੇ, ਉਹ ਹੋ ਸਕਦੇ ਨੇ। ਹਾਂ, ਤੁਸੀਂ ਹਾਊ ਡੂ ਦੇ ਪੈਨ ਆਊਟ ਐਟ ਦ ਲੋਕਲ, ਰੀਜਨਲ ਔਰ ਦ ਸਟੇਟ ਲੈਵਲ, ਆਹ ਤੁਹਾਡੇ ਸਾਹਮਣੇ ਦਿਸ ਹੀ ਰਿਹਾ। ਉਹਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਿੰਨਾ ਕੁ ਆਪਸ ਦੇ ਵਿੱਚ ਕੀ ਕੋਆਰਡੀਨੇਸ਼ਨ ਹੈ, ਆਹ ਨਜ਼ਰ ਆ ਰਹੀ ਹੈ, ਪਿੱਛੇ ਤਸਵੀਰਾਂ ਚੱਲਦੀਆਂ ਪਈਆਂ ਨੇ। ਸੋ ਦੈਟ ਇਜ਼ ਵੈਰੀ ਕਲੀਅਰ ਕਿ ਇਹਨਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਣਾ ਹੈ। ਐਂਡ ਸਰਟਨਲੀ ਇਹਨਾਂ ਦੀ ਲੀਡਰਸ਼ਿਪ ਨੇ ਕੁਐਸਚਨ ਕਰਨਾ, ਪ੍ਰਤਾਪ ਬਾਜਵਾ, ਅਮਰਿੰਦਰ, ਜਿਹੜੇ ਰਾਜਾ ਵੜਿੰਗ ਨੇ, ਉਹ ਸਾਰੇ ਕਹਿਣਗੇ ਓਬਵੀਅਸਲੀ ਯਾਰ ਉਹਨਾਂ ਦਾ ਇੱਕ MLA ਚੱਕ ਲਿਆ ਤੁਸੀਂ, ਤੇ ਉਹ ਵੀ ਅਜਿਹੇ ਕੇਸ ਦੇ ਵਿੱਚ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ BJP ਦੇ, ਜੇ ਆਪਾਂ ਸੈਂਟਰਲ ਏਜੰਸੀਆਂ ਨੂੰ BJP ਦਾ ਮੰਨਦੇ ਹੱਥ ਠੋਕਾ, ਤਾਂ ਪਹਿਲਾਂ ਤਾਂ BJP ਨੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਕਰ ਪਾਏ। ਫਿਰ ਵੀ ਚੁਣਾਵ ਤੋਂ ਪਹਿਲਾਂ, ਇਲੈਕਸ਼ਨ ਤੋਂ ਪਹਿਲਾਂ 80 ਦਿਨ ਜੇਲ੍ਹ 'ਚ ਰਹਿਣਾ, ਆਈ ਰੀਅਲੀ ਫੈਲਟ ਬੈਡ ਫॉर ਸੁਖਪਾਲ ਖਹਿਰਾ, ਬਿਕੋਜ਼ ਤੁਸੀਂ ਇਹ ਦੇਖੋ ਕਿ ਇਲੈਕਸ਼ਨਾਂ ਤੋਂ ਪਹਿਲਾਂ ਤੁਹਾਨੂੰ ਜੇਲ੍ਹ 'ਚ ਡੱਕਤਾ ਜਾਂਦਾ ਹੈ ਕਿ ਅਜਿਹੇ ਕੇਸ ਦੇ ਵਿੱਚ ਜਿਸਦਾ ਮੂੰਹ ਸਿਰ ਪੈਰ ਨਹੀਂ ਬਾਅਦ ਦੇ ਵਿੱਚ ਨਿਕਲਿਆ। ਦੈਟ ਇਜ਼ ਮਾਈ ਕੁਐਸਚਨ। ਉਹ ਬੜਾ ਕ੍ਰਿਟੀਕਲ ਟਾਈਮ ਸੀ ਕਿਸੇ ਵੀ ਕਰੀਅਰ ਪੋਲੀਟੀਸ਼ੀਅਨ ਲਈ। ਤੁਸੀਂ ਇਲੈਕਸ਼ਨ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਹੋ, 80 ਦਿਨ ਜੇਲ੍ਹ ਦੇ ਵਿੱਚ ਅਮੰਗ ਅਦਰ ਕ੍ਰਿਮੀਨਲਸ, ਤੇ ਤੁਹਾਡੇ ਖਿਲਾਫ ਕੁਝ ਨਹੀਂ ਨਿਕਲਦਾ। ਆਈ ਮੀਨ ਨਾਟ ਦੈਟ ਸਮਥਿੰਗ ਵਾਸ ਪ੍ਰੂਵਨ, ਸੋ ਹੀ ਇਜ਼ ਟੁਡੇ ਆਊਟ ਔਨ ਬੇਲ। ਇਹ ਇੱਕ ਬੜੀ ਮਤਲਬ ਵਧੀਕੀ ਸੀ ਉਸ ਵਕਤ ਦੀ। ਉਸ ਤੋਂ ਬਾਅਦ ਉਹ ਫਿਰ ਪਬਲਿਕ ਲੋਕਾਂ ਦੀ ਕਚਹਿਰੀ ਦੇ ਵਿੱਚ ਸਾਹਮਣਾ ਕਰਦੇ ਨੇ, ਐਂਡ ਹੀ ਵਿਨਸ ਦ ਇਲੈਕਸ਼ਨ। ਤੁਸੀਂ ਦੇਖੋ ਨਾ ਕਿੱਡੀ ਅਗਨੀ ਪ੍ਰੀਖਿਆ ਹੋ ਗਈ ਨਾ ਇੱਕ ਲੀਡਰ ਲਈ। ਤੁਸੀਂ ਉਹਨੂੰ ਇੰਨੇ ਨਾਜ਼ੁਕ ਟਾਈਮ ਦੇ ਉੱਤੇ, ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਜੇਲ੍ਹ 'ਚ ਪਾਤਾ, 3 ਮਹੀਨੇ ਜੇਲ੍ਹ 'ਚ ਰੱਖਦੇ ਹੋ, ਐਂਡ ਦੈਨ ਕੁਝ ਹਫ਼ਤੇ ਬਾਅਦ ਇਲੈਕਸ਼ਨ ਹੁੰਦਾ ਹੈ। ਉਸ ਤੋਂ ਪਹਿਲਾਂ ਉਹਨੂੰ ਬੇਲ ਦਿੱਤੀ ਹੈ, ਫਿਰ ਅਗਲਾ ਜਾ ਕੇ ਵਿਚਾਰਾ ਥੋੜਾ ਬਹੁਤ ਆਪਣਾ ਪ੍ਰਚਾਰ ਕਰਦਾ ਹੈ, ਐਂਡ ਦੈਨ ਹੀ ਵਿਨਸ ਆਊਟ। ਹੂ ਇਜ਼ ਦ ਹੀਰੋ ਟੂਡੇ? ਹੂ ਇਜ਼ ਦ ਹੀਰੋ ਐਂਡ ਹੂ ਇਜ਼ ਦ ਵਿਲਨ? ਆਈ ਥਿੰਕ ਦ ਭਗਵੰਤ ਮਾਨ ਇਜ਼ showing off that he is the villain.
ਇਹ ਤਾਂ ਕਿਤੇ ਕਾਮੇਡੀ ਕਿੰਗ ਤੋਂ ਵੈਂਡੇਟਾ ਕਿੰਗ ਨਾ ਬਣ ਜਾਣ ਸਾਡੇ ਭਗਵੰਤ ਮਾਨ। ਮਤਲਬ ਇਸ ਵਕਤ ਇੱਕ ਚੀਜ਼ ਹੋ ਰਹੀ ਹੈ ਕਿ ਤੁਸੀਂ ਕਿਤੇ ਦੇਖੋ ਪਹਿਲਾਂ ਵੀ ਬਹੁਤ ਕੇਸਿਸ ਹੋਏ, ਲੇਕਿਨ ਇਸ ਤਰੀਕੇ ਦੇ ਲੀਡਰਾਂ ਦੇ ਖਿਲਾਫ ਕੇਸਿਸ ਮੈਨੂੰ ਲੱਗਦਾ ਕਿ ਨਹੀਂ ਦ ਗਵਰਨਮੈਂਟ ਨੀਡਸ ਟੂ ਇਗਨੋਰ ਅ ਫਿਊ ਥਿੰਗਸ। ਜੇ ਠੀਕ ਹੈ ਤੁਹਾਡੇ ਖਿਲਾਫ ਉਹ ਬਿਆਨਬਾਜ਼ੀ ਕਰ ਰਹੇ ਨੇ, ਮੈਂ ਸੁਖਪਾਲ ਖਹਿਰਾ ਦੀ ਹਰ ਗੱਲ ਦੇ ਨਾਲ ਐਗਰੀ ਨਹੀਂ ਕਰਦਾ, ਬਹੁਤ ਸੀ ਚੀਜ਼ਾਂ ਪਰਸਨਲ ਹੁੰਦੀਆਂ ਨੇ, ਹਰ ਚੀਜ਼ ਦੇ ਉੱਤੇ ਵੀ ਤੁਸੀਂ ਮੂੰਹ ਖੋਲ੍ਹਣਾ ਹੀ ਹੈ, ਬਿਆਨ ਦੇਣਾ ਹੀ ਹੈ, ਹਰ ਰੋਜ਼ ਤੁਸੀਂ ਲਾਈਵ ਹੋਣਾ ਹੈ, ਇਸ ਤਰੀਕੇ ਦੀ ਮਤਲਬ ਉਹਨਾਂ ਦੀ ਜਿਹੜਾ ਹਾਈਪਰ ਐਕਟਿਵਿਜ਼ਮ ਹੈ ਉਹ ਵੀ ਮਾੜਾ ਹੈ। ਲੇਕਿਨ ਉਹਨਾਂ ਨੇ ਲੋਕਾਂ ਦੇ ਜਿਹੜੇ ਹਿੱਤ ਦੇ ਮੁੱਦੇ ਚੁੱਕੇ ਨੇ, ਆਈ ਥਿੰਕ ਹੀ ਡਿਜ਼ਰਵਸ। ਐਂਡ ਇਸ ਕੇਸ ਦੇ ਵਿੱਚ ਕਿਉਂਕਿ ਪਹਿਲਾਂ ਇਹ ਸਾਰੀ ਚੀਜ਼ਾਂ ਅਸੀਂ ਆਲਰੇਡੀ ਵੀ ਹੈਵ ਮਲ ਦੈਮ ਓਵਰ, ਵੀ ਹੈਵ ਸੀਨ ਦ ਐਵੀਡੈਂਸ, ਵੀ ਹੈਵ ਸੀਨ ਵਾਟ ਦ ਚਾਰਜ ਸ਼ੀਟ ਵਾਜ਼ ਆਲ ਅਬਾਊਟ, ਨਾਟ ਥਿੰਗਸ ਕੁਡ ਕਮ ਆਊਟ। ਤੇ ਫਿਰ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਦਿਸ ਇਜ਼ ਆਲ ਮਤਲਬ ਇਟਸ ਆਲ ਪੋਲਿਟਿਕਸ, ਯੂ ਨੋ, ਐਟ ਦ ਐਂਡ ਆਫ ਦ ਡੇ ਚੀਜ਼ਾਂ ਨੂੰ ਹੋਰ ਵੀ ਬਿਹਤਰ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਸਕਦਾ ਸੀਗਾ। ਤੁਸੀਂ ਸਿੱਟਾਂ ਨੂੰ ਕਹਿ ਸਕਦੇ ਹੋ, ਤੁਸੀਂ ਡਾਇਰੈਕਟਲੀ ਅਦਾਲਤਾਂ ਦੇ ਵਿੱਚ ਚੀਜ਼ਾਂ ਲੈ ਕੇ ਜਾਓ, ਇਸ ਤਰੀਕੇ ਨਾਲ ਖਿੱਚ ਧੂ ਕੇ ਵਿਧਾਇਕ ਨੂੰ ਲਿਜਾਣ ਦੀ ਲੋੜ ਕੀ ਹੈ? ਤੁਸੀਂ ਜਦੋਂ ਚਾਹ ਰਹੇ ਤੁਸੀਂ 319 CRPC ਦੇ ਤਹਿਤ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਲੈ ਜਾਓ, ਮੁਕੱਦਮਿਆਂ ਨੂੰ ਆਪਣੇ ਮਜ਼ਬੂਤ ਕਰੋ ਨਾ। ਫਾਈਲ ਆਪਾਂ ਇੱਥੇ ਕੈਨੇਡਾ ਦੇ ਵਿੱਚ ਬੈਠਦੇ ਪਹਿਲਾਂ ਮਜ਼ਬੂਤ ਕਰ ਦਿੰਦੇ, ਪ੍ਰੋਸੀਕਿਊਟਰ ਆਫਿਸ ਪਹਿਲਾਂ ਪਰਮਿਸ਼ਨ ਦਿੰਦਾ ਵੀ ਚਾਰਜ ਲੱਗੇਗਾ ਨਹੀਂ ਲੱਗੇਗਾ, ਉਸ ਤੋਂ ਪਹਿਲਾਂ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਚਲੋ ਵੀ ਡੋਂਟ ਐਕਸਪੈਕਟ ਦੈਟ ਥਿੰਗ ਟੂ ਹੈਪਨ ਇਨ ਇੰਡੀਆ, ਬਟ ਜੇ ਇਸ ਕੇਸ ਦੇ ਇਸ ਲੈਵਲ ਦੇ ਇੱਕ ਪੋਟੈਂਸ਼ੀਅਲ ਕੇਸ ਦੇ ਵਿੱਚ ਜਿੱਥੇ ਆਲਰੇਡੀ ਸਭ ਕੁਝ ਹੋ ਚੁੱਕਾ ਹੋਵੇ, ਯੂ ਹੈਵ ਅ ਬੈਟਰ ਬਿਜ਼ਨਸ ਕਿ ਤੁਸੀਂ ਪਹਿਲਾਂ ਆਪਣੀ ਫਾਈਲਾਂ, ਆਪਣੇ ਆਧਾਰ ਨੂੰ ਮਜ਼ਬੂਤ ਕਰੋ। ਤੇ ਇਹ ਕਿਹੜੀ ਸਿੱਟ ਹੈ ਤੇ ਇਹ ਕਿਹੜੀ ਇਨਵੈਸਟੀਗੇਸ਼ਨ ਹੈ ਜਿਹੜਾ ਇੱਕ ਵਾਰ ਅਕਿਊਜ਼ ਨੂੰ ਗੱਲ ਕੀਤੇ ਬਗੈਰ ਹੀ ਕਹੇ ਕਿ ਸਾਡੇ ਕੋਲ ਬੜੇ ਵੱਡੇ ਖੁਲਾਸੇ ਆ ਚੁੱਕੇ ਨੇ, ਐਂਡ ਯੂ ਐਂਡ ਅਪ ਕਿ ਤੁਸੀਂ ਉਹਦੇ ਘਰੇ ਜਾ ਕੇ ਉਹਨੂੰ ਸਵੇਰੇ ਦੇ ਬੈਡਰੂਮ 'ਚ ਵੜ ਕੇ ਚੱਕੋ। ਐਂਡ ਠੀਕ ਹੈ, ਸ਼ੋਅ ਤਾਂ ਇਹਨਾਂ ਨੇ ਖੁਦ ਹੀ ਬਣਾ ਲਿਆ, ਲਾਈਵ ਲੂ ਹੋ ਕੇ ਸਾਰੀ ਉਹ ਗੱਲਾਂ ਤਾਂ उम्मीद कर रहे थे, शायद पूछ रहे थे कि भाई वारंट कहाँ है, क्यों आए हो, इस केस पे तो मुझे पहले ही छूट मिल चुकी है, सुप्रीम कोर्ट से रिलीफ मिल चुका है, वगैरह वगैरह जो हमने देखा उस वीडियो में, और तकरीर भी कर रहे हैं गाड़ी में खड़े होके। तो एक तो जैसे देखिए स्टेट यूनिट्स का अगर हम देखें, दोबारा आपसे ये सवाल पूछना चाहूँगा कि जो कांग्रेस स्टेट यूनिट है वो कह रहा है चलिए ठीक है, मतलब जो मैं उनके एनालिस्ट का जो मैं देख रहा हूँ या फिर उनके जो उनके बारे में जानते हैं पंजाब के लोग, वो कह रहे हैं कि भाई कांग्रेस को ये लग रहा है कि भाई चलिए आप लोकल लेवल पे कोऑपरेट करें ना करें, अलायंस हो ना हो, सीट शेयरिंग का अभी तक कोई फार्मूला आया नहीं है, लेकिन कम से कम आप हमारे खिलाफ तो ना हो कि जिस तरह से जो है इनको उठाया गया है। ये एक मैसेज है, जैसे आपने कहा कि पूरे जो है मीडिया के सामने ये हुआ है, तो ये एक मैसेज दिया जा रहा है। तो क्या ये एक कोशिश भी हो सकती है आम आदमी पार्टी गवर्नमेंट की कि लोकल लेवल पे कोऑपरेशन का जो है कुछ कोई सूरत हाल पैदा ही ना हो, कि भाई हम दिखा दें कि हम अकेले चले जाए, बाकी नेशनल लेवल पे जो भी होगा वो देखा जाएगा। ਕਿਉਂਕਿ ਉਹੀ ਆਪਾਂ ਗੱਲ ਕੀਤੀ ਸੀ ਨਾ ਵੀ ਲੋਕਲ ਪੋਲਿਟਿਕਸ ਤਾਂ ਖਤਮ ਹੋ ਜਾਂਦੀ ਹੈ। ਹੁਣ ਭਗਵੰਤ ਮਾਨ ਦੀ ਸਰਕਾਰ ਜਿਹੜੀ ਗਵਰਨਮੈਂਟ ਹੈ ਉਹ ਕਿਵੇਂ, ਹਾਊ ਵਿਲ ਦੇ ਪੈਨ ਆਊਟ देयर ਪੋਲਿਟਿਕਸ। ਉਹਨਾਂ ਨੇ ਕਰਪਸ਼ਨ ਦੇ ਕੇਸਿਸ ਦੇ ਵਿੱਚ ਕਾਂਗਰਸ ਦੇ ਫਾਰਮਰ ਮਿਨਿਸਟਰਸ ਆਰ ਇਨ ਮੈਨੀ ਆਫ ਦੈਮ, ਹਜੇ ਇੱਕ ਅੱਧੇ ਤਾਂ ਹਜੇ ਵੀ ਜੇਲ੍ਹ 'ਚ ਹੋਣਗੇ, ਠੀਕ ਹੈ ਨਾ, ਬਾਕੀ ਬੇਲਾਂ ਦੇ ਉੱਤੇ ਬਾਹਰ ਹੈ, ਮੁਕੱਦਮੇ ਚੱਲਦੇ ਪਏ ਨੇ। ਸੋ ਉਹ ਕਿਵੇਂ ਕਹਿਣਗੇ, ਉਹ ਵਾਟ ਵਿਲ ਦੇ ਕਮ। ਸੋ ਉਹਨਾਂ ਦੀ ਆਪਣੀ ਰਾਜਨੀਤੀ ਨੂੰ ਸਮਝਣਾ ਤਾਂ ਪੈਣਾ ਹੀ ਹੈ ਨਾ। ਮਤਲਬ ਤੁਸੀਂ ਇਹ ਤਾਂ ਧੱਕਾ ਹੀ ਹੋਏਗਾ ਵੀ ਜੇ ਤੁਸੀਂ ਇਸ ਤਰੀਕੇ ਦਾ ਫਾਲਟੀ ਮਾਡਲ ਜਾਂ ਇਸ ਤਰੀਕੇ ਦੇ ਕੰਬੀਨੇਸ਼ਨ ਨੂੰ ਤੁਸੀਂ ਫੋਰਸ ਥਰੂ ਕਰੋਗੇ ਸਟੇਟ ਦੇ ਲੈਵਲ ਦੇ ਉੱਤੇ। ਐਂਡ ਰਾਈਟਲੀ ਸਮਝਣ ਦੀ ਗੱਲ ਹੈ, ਅੱਜ ਇੱਥੇ ਲੜਾਈ ਕਾਂਗਰਸ ਵਰਸਸ ਆਮ ਆਦਮੀ ਪਾਰਟੀ ਹੋ ਰਹੀ ਹੈ। ਅਕਾਲੀ ਦਲ ਦੀ ਤਾਂ ਸਰਕਾਰ 6-7 ਸਾਲ ਹੋ ਚੁੱਕੇ, ਤਾਂ ਪੁਰਾਣੀ ਕਹਾਣੀ ਹੋ ਗਈ। ਹਾਲਾਂਕਿ ਉਹ ਵੀ ਹੋ ਸਕਦੇ ਨੇ, ਉਹ ਵੀ ਇਨਵੈਸਟੀਗੇਸ਼ਨਸ ਹੋ ਸਕਦੀਆਂ ਨੇ, ਲੇਕਿਨ ਆਈ ਮੀਨ ਦਿਸ ਇਜ਼ ਵਾਟ ਇਟ ਇਜ਼। ਇਹ ਤਾਂ ਇਹ ਸਥਿਤੀ ਹੈਗੀ ਹੈ। ਸੋ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਫੈਡਰਲ ਪੋਲਿਟਿਕਸ ਜਾਂ ਸੈਂਟਰਲ ਪੋਲਿਟਿਕਸ ਅਲੱਗ ਹੈ, ਸਟੇਟ ਦੀ ਪੋਲਿਟਿਕਸ ਅਲੱਗ ਹੈ। ਇਹ ਬਿਲਕੁਲ ਠੀਕ ਹੈ ਕਿ ਹੁਣ ਹਾਲਾਤ ਹੀ ਅਜਿਹੇ ਆ ਚੁੱਕੇ ਨੇ, ਕਾਂਗਰਸ ਨੂੰ ਵੀ 10 ਵਾਰ ਸੋਚਣਾ ਪਏਗਾ। ਐਂਡ ਆਈ ਵੁੱਡ ਵੰਡਰ ਹਾਊ ਰਾਹੁਲ ਗਾਂਧੀ ਵਿਊਜ਼ ਦਿਸ ਸਿਚੁਏਸ਼ਨ। ਉਹਨਾਂ ਦੀ ਲੀਡਰਸ਼ਿਪ ਆਪਣੇ MLA ਨੂੰ ਚੱਕ ਕੇ ਲਿਜਾਇਆ ਜਾ ਰਿਹਾ ਹੈ। ਇਹ BJP ਨਹੀਂ ਹੈ, ਇਹ ਕਾਂਗਰਸ ਹੈ, who are planning for a potential alliance with them. ਸੋ ਇਹ ਮੈਸੇਜ ਤਾਂ ਲਾਰਜਰ ਹੈ ਹੀ ਹੈ ਨਾ। ਯਾਰ ਦੇਖੋ ਤੁਹਾਡੇ ਥੱਲੇ ਨਿਆਣੇ ਕਿਵੇਂ ਲੜਦੇ ਪਏ ਨੇ, ਯੂ ਆਰ ਪਲੈਨਿੰਗ ਵੀ ਵੱਡੇ ਬਜ਼ੁਰਗ ਇਕੱਠੇ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਉੱਤੇ ਥੱਲੇ ਨਿਆਣੇ ਮਤਲਬ ਡਾਂਗ ਸੋਟਾ ਚੱਲਦਾ ਪਿਆ ਉੱਥੇ। ਤੇ ਦਿਸ ਇਜ਼ ਨਾਟ ਗੋਇੰਗ ਟੂ ਗੋ ਲਾਈਟਲੀ। ਆਈ ਥਿੰਕ ਇਹ ਚੀਜ਼ਾਂ ਦਾ ਅਸਰ ਪਏਗਾ ਤੇ ਹਾਲਾਤ ਬੜੇ ਕਲੀਅਰ ਨੇ ਪੰਜਾਬ ਦੇ ਵਿੱਚ। ਤਾਂ ਇਹ ਅਲਾਈਅੰਸ ਮੈਨੂੰ ਨਹੀਂ ਲੱਗਦਾ ਵੀ ਪੋਸੀਬਲ ਹੈ। ਜੋ ਹਾਲਾਤ ਪਹਿਲਾਂ ਵੀ ਬਣੇ ਨੇ, ਹੁਣ ਵੀ ਬਣੇ ਨੇ, ਐਂਡ ਆਈ ਥਿੰਕ ਹੋਲ ਆਫ ਦ ਲੀਡਰਸ਼ਿਪ ਵਿਲ ਨਾਟ ਐਗਰੀ। ਇਹ ਕੋਈ ਐਸਾ ਡਿਸੀਜਨ ਨਹੀਂ ਹੈ ਜੋ ਕਿ ਰਾਹੁਲ ਗਾਂਧੀ ਵਿਲ ਫੋਰਸ ਥਰੂ। ਰਾਹੁਲ ਗਾਂਧੀ ਇਜ਼ ਅ ਵੀਕ ਲੀਡਰ, ਹੀ ਹੈਜ਼ ਪ੍ਰੂਵਨ ਟੂ ਬੀ ਅ ਵੀਕ ਲੀਡਰ। ਉਹ ਐਡੀ ਅੱਜ ਤਾਕਤ ਹੀ ਨਹੀਂ ਹੈ ਕਾਂਗਰਸ ਦੇ ਹਾਈ ਕਮਾਂਡ ਦੇ ਵਿੱਚ ਵੀ ਇਸ ਤਰੀਕੇ ਦੇ ਡਿਸੀਜਨ ਨੂੰ ਤੱਕਣ ਦੀ ਕੋਸ਼ਿਸ਼ ਕਰਨਗੇ। ਆਈ ਥਿੰਕ ਇਕਾਈਆਂ ਟੁੱਟ ਜਾਣਗੀਆਂ, ਲੀਡਰਾਂ ਨੇ ਛੱਡ ਕੇ ਚਲੇ ਜਾਣਾ। ਹੋਰ ਬਥੇਰੀਆਂ ਪਾਰਟੀਆਂ ਨੇ ਆਲਰੇਡੀ ਕਾਂਗਰਸ ਦੀ ਪੂਰੀ ਲੀਡਰਸ਼ਿਪ, ਆਈ ਮੀਨ ਇੱਕ ਬਹੁਤ ਵੱਡਾ ਪਾਰਟ ਆਫ ਦਾ ਲੀਡਰਸ਼ਿਪ
ਜਿਹੜਾ ਕੈਪਟਨ ਅਮਰਿੰਦਰ ਸਿੰਘ ਲੈਡ ਸੀ। ਅੱਜ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਇਜ਼ देयर, ਸਾਰੇ ਦੇ ਸਾਰੇ ਉਹਨਾਂ ਦੇ ਲੀਡਰ ਜਾ ਚੁੱਕੇ ਨੇ। ਆ ਜਿਹੜੇ ਬਚੇ ਖੁਚੇ ਨੇ ਇਹ ਵੀ ਮੈਨੂੰ ਲੱਗਦਾ ਬੀਜੇਪੀ ਵੀ ਚਲੇ ਜਾਣਗੇ। ਆਈ ਡੋਂਟ ਨੋ ਅਬਾਊਟ ਸੁਖਪਾਲ ਖਹਿਰਾ, ਬਟ ਮੈਨੂੰ ਲੱਗਦਾ ਵੀ ਸਾਰਾ ਕਾਂਗਰਸ ਦਾ ਖੇਡ ਖਤਮ ਹੋ ਰਿਹਾ ਹੈ ਐਂਡ ਨੈਸ਼ਨਲ ਲੈਵਲ ਤੇ ਜ਼ਿਆਦਾ ਪੱਠਾ ਬੈਠਿਆ ਹੋਇਆ ਹੈ। ਐਂਡ ਇੱਥੇ ਤਾਂ ਚਲੋ ਇਹ ਥੀਸ ਆਰ ਦਾ ਲਾਸਟ, ਆਈ ਥਿੰਕ ਮੈਨੂੰ ਲਾਸਟ ਸਿਚੁਏਸ਼ਨ ਦੇਖ ਰਿਹਾ ਜੇ ਇਹਨਾਂ ਨੇ ਅਲਾਇੰਸ ਨੂੰ ਪੁਸ਼ ਥਰੂ ਕੀਤਾ ਕਾਂਗਰਸ ਨੇ ਪੰਜਾਬ ਦੇ ਵਿੱਚ। ਆਮ ਨਾਟ ਟਾਕਿੰਗ ਅਬਾਊਟ ਦ ਫੈਡਰਲ ਪੋਲਿਟਿਕਸ, बट आई थिंक दे विल सी एग्जोडस ऑफ द लीडरशिप, चले जाएंगे लीडरशिप, नहीं रुकणगे, जो कि उनके लिए बहुत खतरनाक बात हो जाएगी। पंजाब से खत्म हो जाएगी ते बाकी ਜਿਹੜੇ बचे होणगे जिन्होंने प्रधान प्रधून लाया होया ਉਹ ਕਿਵੇਂ ਆਪਣੀ ਪੋਜੀਸ਼ਨ ਬਚਾਣਗੇ। ਅਮਰਿੰਦਰ ਸਿੰਘ ਰਾਜੇ ਮੁੜਗੇ ਅਹੁਦਿਆਂ ਲਈ ਬੈਠੇ ਨੇ, 2-4 ਬੈਠੇ ਰਹਿਣ, ਕੋਈ ਵੱਡੀ ਗੱਲ ਨਹੀਂ ਹੈ। ਬਟ ਆਈ ਥਿੰਕ ਲੀਡਰशिप विल हैव अ वेरी टफ टाइम टू रिकनसाइल द डिफरेंसेस। जो हमने कुछ टाइम पहले हमने ये किया था कि क्या पंजाब एक पुलिस स्टेट बनता जा रहा है, इस बारे में हमने बात की थी। तो हालांकि क्लेम्स किए गए हैं कि हम बाकियों से जो है अलग साबित होंगे, आप गवर्नमेंट, तो क्या इन ट्विस्टेड सेंस सच में अलग साबित हो गए हैं बाकियों से? बाकी गवर्नमेंट ने जो किया नहीं, इस गवर्नमेंट ने आगे कर दिया। सर्च एंड रेस्क्यू के नाम पर जो है छापे मारे गए हैं, लोगों को परेशान किया जा रहा है, वगैरह वगैरह, ऐसे कंप्लेंट्स आते रहते हैं। और मान साहब का पूरा टेन्योर हालांकि बड़ा छोटा है फिलहाल, लेकिन फिर भी कंट्रोवर्सी में घिरे हुए हैं शुरू से ही। तो इन ट्विस्टेड सेंस सच में एक गवर्नमेंट विद डिफरेंस हुआ नहीं? पता नहीं की है जी गवर्नमेंट, कादी गवर्नमेंट है जी ये, ठीक है ना। आई मीन मतलब आई विल स्टिल वांट टू गिव देम सम यू नो बेनिफिट ऑफ डाउट। मैनू हजे भी मैं चाहना भी मैं उम्मीद ਲੱਭ ਰਿਹਾ ਵੀ ਚਲੋ ਇਸ ਕੇਸ ਕੁਝ ਲੱਭੋ ਸਹੀ, ਠੀਕ ਹੈ ਨਾ। ਪਰ ਮੈਨੂੰ ਲੱਗ ਨਹੀਂ ਰਿਹਾ ਇਹਨਾਂ ਦੀ ਨੀਅਤਾਂ ਚੰਗੀਆਂ ਨਹੀਂ ਹੈਗੀਆਂ ਨੇ। ਆਮ ਬੀਇੰਗ ਜਜਮੈਂਟਲ, ਸੌਰੀ ਆਮ ਬੀਇੰਗ ਜਜਮੈਂਟਲ ਹੇਅਰ, ਬਟ ਜੋ ਮੈਂ ਹਜੇ ਤੱਕ ਦੇਖਿਆ ਹੈ, ਯੂ ਨੋ ਮੇਰੀ ਤਜਰਬਾ, मेरी अंडरस्टैंडिंग does not allow me to give them that journalistic benefit of doubt. As a journalist, I should not be, you know, taking this being so critical. मैं इस टोन ਵਿੱਚ नहीं ਗੱਲ ਕਰਨਾ ਚਾਹੁੰਦਾ, as a journalist मैं नहीं चाहता, but all these years that I have seen them, I don't find any confidence. There is no confidence that they inspire, and at the end of the day, they are just a run-of-the-mill government, just like any other political party has been. मेरा आखिरी सवाल, क्या आपको लग रहा है कि और भी अरेस्ट होंगे कांग्रेस लीडर्स के? ਆਲਰੇਡੀ ਬਹੁਤ ਹੋ ਚੁੱਕੇ ਨੇ, ਬਹੁਤ ਹੋ ਚੁੱਕੇ ਨੇ। ਮੈਨੂੰ ਲੱਗਦਾ ਹੁਣ ਤਾਂ ਘੱਟ ਹੀ ਬਚਦੇ ਨੇ। ਆਈ ਥਿੰਕ ਥੀਸ ਵਰ ਦਾ ਫੈਗ ਐਂਡ ਹੁਣ ਤਾਂ ਚਲੋ ਜਿਹੜੇ ਦੇਖੋ ਲੌਜੀਕਲ ਜਿਹੜੇ ਅਰੈਸਟ ਹੋ ਰਹੇ ਨੇ ਠੀਕ ਹੋ ਰਹੇ ਨੇ। ਜੇ ਘੁਟਾਲੇ ਸਾਹਮਣੇ ਆਉਂਦੇ ਨੇ, ਇਨਵੈਸਟੀਗੇਸ਼ਨਸ ਹੁੰਦੀਆਂ ਨੇ, ਉਹਦੇ 'ਚ ਠੀਕ ਹੈ ਚੀਜ਼ਾਂ ਕਰੋ ਤੁਸੀਂ, ਤੇ ਇਸ ਚੀਜ਼ ਦੇ ਵਿੱਚ ਮੈਂ ਕਹਿੰਦਾ ਕੱਢੋ, ਲੇਕਿਨ ਡੂ ਇਟ ਐਜ਼ ਅ ਪ੍ਰੋਪਰ ਪ੍ਰੋਸੀਜਰ, ਡੂ ਇਟ ਕਨਵਿੰਸਿੰਗਲੀ। ਇਟ ਸ਼ੁਡਨਟ ਬੀ, ਯੂ ਨੋ, ਇੱਕ ਇਸ ਵਕਤ ਸੜਕਾਂ 'ਤੇ ਤੁਰਦੇ ਹੋਏ ਪੰਜਾਬ ਦੇ ਇੱਕ ਆਮ ਸਧਾਰਨ ਵਿਅਕਤੀ ਨੂੰ ਵੀ ਪਤਾ ਹੈ ਕਿ ਇੱਕ ਬਦਲਾਖੋਰੀ ਹੋ ਰਹੀ ਹੈ। ਇਹਦੇ 'ਚ ਇਹ 'ਚ ਬਦਲਾਖੋਰੀ ਹੈ, ਹੋਰ ਕੁਝ ਨਹੀਂ ਹੈ। ਇਹ 'ਚ ਭਗਵੰਤ ਮਾਨ ਦੀ ਪਰਸਨਲੀ ਉਹ ਹੈ, ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੱਢਣ ਪਾਣ ਨੂੰ ਕੁਝ ਨਹੀਂ ਹੈ ਇਸ ਕੇਸ ਦੇ ਵਿੱਚ। ਪੁਲਿਸ ਤਾਂ ਫਰੇਮ ਕਰ ਸਕਦੀ ਹੈ ਨਾ, ਪੁਲਿਸ ਕਹਿ ਰਹੀ ਹੈ ਮੇਰੇ ਕੋਲ ਐਵੀਡੈਂਸ ਆ ਗਿਆ, ਐਨੀ ਟਾਈਮ FIR ਦੇ ਵਿੱਚ ਤਾਂ ਕੁਝ ਵੀ ਲਿਖਿਆ ਜਾ ਸਕਦਾ ਹੈ। ਪੁਰਾਣਾ ਕੇਸ ਹੈ, ਚੱਕ ਕੇ ਜੇ ਈਡੀ ਨੇ 80 ਦਿਨ ਉਹਨੂੰ ਜੇਲ੍ਹ 'ਚ ਪਾਤਾ ਤਾਂ 3 ਮਹੀਨੇ ਇਹ ਵੀ NDPS 'ਚ ਪਾ ਦੇਣਗੇ, 4 ਮਹੀਨੇ, ਠੀਕ ਹੈ ਨਾ। ਉਹਦੇ 'ਚ ਤਾਂ ਕੋਈ ਗੱਲ ਨਹੀਂ ਹੈ, ਲੇਕਿਨ ਐਟ ਦ ਐਂਡ ਆਫ ਦ ਡੇ ਤੁਸੀਂ ਤੱਥ ਕੀ ਕੱਢੇ? ਟਰਮੀਨੇਟਿਡ ਯੂਰ ਮਿਨਿਸਟਰ, ਯੂ ਅਰੈਸਟਡ ਯੂਰ ਮਿਨਿਸਟਰ ਸੇਇੰਗ ਦੈਟ ਹੀ ਵਾਸ ਟੇਕਿੰਗ ਗ੍ਰਾਫਟ। ਵਾਟ ਹੈਪਨਡ? ਅੱਜ ਉਹੀ ਮੰਤਰੀ ਅੱਜ ਪਾਰਟੀ ਦੇ ਵਿੱਚ ਫੇਰ ਬੈਠਾ ਹੈ। ਹੀ ਇਜ਼ ਨਾਟ ਅ ਮਿਨਿਸਟਰ ਦੋ, ਤੇ ਤੁਸੀਂ ਤਾਂ ਬਹੁਤ ਕੁਝ ਕੀਤਾ, ਯੂ ਡਿਡ ਅ ਲੋਟ ਆਫ ਥਿੰਗਸ ਕਰਪਸ਼ਨ ਦੇ ਖਿਲਾਫ ਲੜਾਈ ਦੇ ਨਾਂ ਦੇ ਉੱਤੇ, ਬਟ ਰਿਜ਼ਲਟਸ ਵਰ ਨਾਟ ਦੇਅਰ। ਅੱਜ ਵੀ ਚਲੋ NDPS ਐਕਟ ਤੇ ਮੈਂ ਕਹਿੰਦਾ ਵੀ ਨਸ਼ੇ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਗੋਰਖ ਧੰਦਾ ਚੱਲਦਾ ਹੈ। ਪੰਜਾਬ ਇਜ਼ ਇਨਫੈਸਟਡ ਵਿਦ ਡਰੱਗਸ। ਉਹ ਸਭ ਚੀਜ਼ਾਂ ਆਪਾਂ ਰੀਅਲਾਈਜ਼ ਕਰਦੇ ਹਾਂ, ਤੇ ਇਹੋ ਜਿਹੇ ਮੁਕੱਦਮਿਆਂ ਨੂੰ ਅਸੀਂ ਲਾਈਟਲੀ ਕਦੇ ਨਹੀਂ ਲੈਂਦੇ। ਲੇਕਿਨ ਐਟ ਦ ਐਂਡ ਆਫ ਦ ਡੇ ਤੁਹਾਡੀ ਸਰਕਾਰ ਨੇ ਕੀ ਹੋਰ ਵੱਡੇ ਕੇਸਾਂ ਦੇ ਵਿੱਚ, NDPS ਐਕਟ ਦੇ ਕੇਸਾਂ ਦੇ ਵਿੱਚ ਕੁਝ ਬ੍ਰੇਕ ਥਰੂ ਕੀਤੀ? ਇਹਨਾਂ ਦੀ ਸਰਕਾਰ, ਉਹ ਸਰਕਾਰ ਆ ਜਿਹੜਾ ਵੱਡਾ ਪੰਜਾਬ ਦਾ ਹਾਈ ਪ੍ਰੋਫਾਈਲ ਡਰੱਗ ਕੇਸ ਚੱਲਦਾ ਹੈ, ਉਹਨੂੰ ਲੈ ਕੇ, ਉਹਦੇ 'ਚ ਕਾਰਵਾਈ ਨੂੰ ਲੈ ਕੇ ਐਡਾ ਵੱਡਾ ਰੌਲਾ ਪੈ ਗਿਆ। ਜਿਹੜੇ ਬੰਦੇ ਨੇ ਕਿਹਾ ਕਿ ਤੁਸੀਂ ਡਰੱਗ ਦੀਆਂ ਫਾਈਲਾਂ ਖੋਲੋ, ਮਤਲਬ ਉਹ ਬੰਦੇ ਜੇਲ੍ਹਾਂ 'ਚ ਫਾਈਨਲੀ ਬੈਠੇ ਨੇ। ਆ ਪਿੱਛੇ ਆਪਾਂ ਡਿਸਕਸ ਕਰ ਰਹੇ ਸੀ ਪਲਵਿੰਦਰ ਝੋਟੇ ਦਾ ਕੇਸ, ਦ ਮੈਨ ਹੂ ਵਾਜ਼ ਅ ਵਿਸਲ ਬਲੋਅਰ, ਹੀ ਵਾਜ਼ ਪੁੱਟ ਬਿਹਾਈਂਡ ਦ ਬਾਰ ਫॉर ਸੈਵਰਲ ਵੀਕਸ। ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਪਤਾ ਹੈ? ਉਸ ਤੋਂ ਬਾਅਦ ਸਮਝੌਤਾ ਕਰਨਾ ਪਿਆ, ਪੁਲਿਸ ਨੂੰ, ਸਿਸਟਮ ਨੂੰ ਝੁਕਣਾ ਪਿਆ, ਲੋਕਾਂ ਨੇ ਧਰਨੇ ਮਾਰੇ, ਧਰਨੇ ਲੱਗਿਆ। ਅੱਜ ਪਲਵਿੰਦਰ ਝੋਟਾ ਇਜ਼ ਬੈਕ ਫਰੋਮ ਜੇਲ। ਤੇ ਕੀ ਹੈ ਤੁਹਾਡੀ, ਵਾਟ ਇਜ਼ ਯੋਰ ਯੂ ਨੋ ਫਾਈਟ ਅਗੇਂਸਟ ਡਰੱਗਸ? ਤੁਸੀਂ ਵਿਸਲ ਬਲੋਅਰਸ ਨੂੰ, ਤੁਸੀਂ ਲੋਕਾਂ ਨੂੰ ਜਿਹੜੇ ਆਵਾਜ਼ ਚੁੱਕ ਰਹੇ ਨੇ, ਤੁਸੀਂ ਉਹਨਾਂ ਨੂੰ ਦਬਾ ਰਹੇ ਹੋ। ਤੁਹਾਡੇ ਕੇਸਾਂ 'ਚ ਕਿੰਨਾ ਕੁ ਦਮ ਸੀਗਾ, ਠੀਕ ਹੈ ਨਾ। ਪਬਲਿਕ ਪ੍ਰੈਸ਼ਰ ਜਾਂ ਪਬਲਿਕ ਓਪੀਨੀਅਨ ਤੁਹਾਡੇ ਤੇ ਹਾਵੀ ਹੋਣਾ ਪਿਆ, ਉਸ ਵਕਤ ਹੋਇਆ। ਹੁਣ ਜੇ ਧਰਨੇ ਲੱਗ ਜਾਣ ਤਾਂ ਫਿਰ ਠੀਕ ਹੈ, ਸਰਕਾਰ 2 ਮਿੰਟ 'ਚ ਫੈਸਲੇ ਹੋ ਜਾਂਦੇ ਨੇ। ਉਧਰ ਵਕੀਲਾਂ ਨੇ ਧਰਨਾ ਲਾਇਆ ਤਾਂ ਤੁਸੀਂ ਆਪਣਾ SSB ਚੱਕਤਾ ਜ਼ਿਲ੍ਹੇ ਦਾ, ਠੀਕ ਹੈ ਨਾ। ਉਧਰ ਲੋਕਾਂ ਨੇ ਧਰਨਾ ਲਾਇਆ ਤਾਂ ਤੁਹਾਡਾ ਪਲਵਿੰਦਰ ਝੋਟਾ ਜੇਲ੍ਹ 'ਚੋਂ ਬਾਹਰ ਆ ਗਿਆ।
ਆਣਾ ਸੀ ਕਿਉਂਕਿ ਉਹ ਲੋਕ ਠੀਕ ਸੀਗੇ, ਤੁਸੀਂ ਗਲਤ ਸੀਗੇ, ਠੀਕ ਹੈ ਨਾ, ਤੁਹਾਡਾ ਸਿਸਟਮ ਗਲਤ ਸੀਗਾ। ਸੋ ਉਹ ਚੀਜ਼ ਬਹੁਤ ਕੁਝ ਹੈ ਨਾ NDPS ਐਕਟ ਦੇ ਜਾਂ ਡਰੱਗ ਦੀ ਤਸਕਰੀ ਦੇ ਕੇਸਾਂ ਦੇ ਵਿੱਚ ਤਾਂ ਬਹੁਤ ਕੁਝ ਹੈ ਜੋ ਕਿ ਤੁਸੀਂ ਯੂ ਨਾਟ ਬੀइंग ਏਬਲ टू डू। मान साहब जबकि खुद कॉमेडियन रह चुके हैं लेकिन अपने ऊपर एक जोक नहीं बर्दाश्त कर सकते, अगर ये बात है, ये वजह है, तो ये बहुत ही मतलब सोचने वाली बात है। ਇਹਨਾਂ ਨੂੰ ਤਾਂ ਮੈਨੂੰ ਲੱਗਦਾ ਆਪਣੇ ਵਿਰੋਧੀ ਜਿਹੜਾ ਇਹਨਾਂ ਤੇ ਵਾਰ ਕਰਦੇ ਨਾ, ਮਾਨ ਸਾਹਿਬ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਜੋਕ ਦੇ ਵਿੱਚ ਉਡਾ ਦੇਣ। ਹਾਂ, ਜਿਵੇਂ ਕਹਿੰਦਾ ਵੀ ਹਵਾ ਚ ਉਡਾਤਾ, ਇਹ ਜਵਾਬ ਦਿੰਦੇ ਵੀ ਨੇ ਬੜੇ ਵਧੀਆ, ਇਹਨਾਂ ਦੀ ਅੱਛੇ ਤੁਕ ਬੰਦੀ ਕਰ ਲੈਂਦੇ ਨੇ। ਸੋ ਇਹਨਾਂ ਨੂੰ ਤਾਂ ਸਾਰੀ ਚੀਜ਼ਾਂ ਨੂੰ ਐਵੇਂ ਦੇ ਸ਼ੁੱਡ ਸਕਰਟ them ਲਾਈਕ ਐਨੀਥਿੰਗ। ਇਹ ਚੀਜ਼ਾਂ ਦੇ ਚੱਕਰ ਚ ਪੈਣ ਦਾ, ਕਿਉਂਕਿ ਇਹ ਸਾਰੀ ਚੀਜ਼ਾਂ ਨਾਲ ਧੱਬਾ ਲਾ ਰਹੀਆਂ ਨੇ। ਹਿਸਟਰੀ ਵਿਲ ਰਿਮੈਂਬਰ ਇਟ, ਹਿਸਟਰੀ ਚ ਲਿਖੀਆਂ ਗਈਆਂ ਨੇ ਗੱਲਾਂ। ਭਗਵੰਤ ਮਾਨ ਇਫ ਹੀ ਫੀਲਸ ਦੈਟ ਇਹ ਹਿਸਟਰੀ ਦੇ ਵਿੱਚੋਂ ਇਰੇਜ਼ ਹੋ ਜਾਣਗੀਆਂ। ਬਹੁਤ ਕੁਝ ਪੰਜਾਬ ਦੇ ਵਿੱਚ ਹੋਇਆ, ਜਰਨਲਿਸਟ ਫਰੀडम ਦੇ ਉੱਤੇ ਜਿਵੇਂ ਰੋਕਾਂ ਲਾਈਆਂ ਗਈਆਂ, ਜਿਵੇਂ ਇੰਟਰਨੈਟ ਦੇ ਉੱਤੇ ਪਾਬੰਦੀਆਂ ਲਾਈਆਂ ਗਈਆਂ, ਹਾਲਾਤ ਨੂੰ ਜਿਵੇਂ ਲਿਟਰਲੀ ਲਾਈਕ ਐਨ ਐਮਰਜੈਂਸੀ ਵਾਲੇ ਹਾਲਾਤ ਕ੍ਰੀਏਟ ਕੀਤੇ ਗਏ, ਇਹ ਸਾਰੀਆਂ ਚੀਜ਼ਾਂ ਇਸ ਸਰਕਾਰ ਦੇ ਵਕਤਾਂ ਤੇ ਹੋਈਆਂ। ਸੋ ਥੀਸ ਥਿੰਗ ਵਿਲ ਆਲ ਗੋ ਡਾਊਨ ਇਨ ਦ ਹਿਸਟਰੀ, ਨੋਟ ਹੋ ਗਈਆਂ ਨੇ, ਰਿਕਾਰਡ ਹੋ ਗਈਆਂ ਨੇ। ਇਹ ਭਗਵੰਤ ਮਾਨ ਦਾ ਮੁਗਾਲਤਾ ਹੋ ਸਕਦਾ ਹੈ ਕਿ ਲੋਕ ਐਂਡ ਪੀਪਲ ਆਰ ਨॉट ਰਿਕਾर्डिंग एंड रजिस्टरिंग इट, बट दे आर बीइंग वेरी मच रजिस्टर्ड। आज की चर्चा में जुड़ने के लिए रितेश जी आपका बहुत बहुत शुक्रिया। शुक्रिया। आप सबका भी बहुत शुक्रिया अपना कीमती वक्त हमें देने के लिए।